ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਤਰੋਆ। ਜਿੱਥੈ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮੱਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਜੇ 100 ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ। ਇਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਉਗਵੈ ਸੂਰ ਅਸਰ ਸੰਘਾਰੈ, ਉੱਚੋ ਦੇਖ ਸ਼ਬਦ ਵਿਚਾਰੈ। ਉਪਰ ਆਦ ਅੰਤ ਤਿਹੁ ਲੋਏ, ਆਪੇ ਕਰੈ ਕਥੈ ਸੁਣਾਏ ਸੋਏ। ਉਗਵੈ ਸੂਰ ਅਸੁਰ ਸੰਘਾਰੈ, ਉੱਚੋ ਦੇਖ ਸ਼ਬਦ ਵਿਚਾਰੈ। ਉਪਰ ਆਦ ਅੰਤ ਤਿਹੁ ਲੋਏ, ਆਪੇ ਕਰੈ ਕਥੈ ਸੁਣੈ ਸੋਏ। ਓ ਵਿਧਾਤਾ ਮਨ ਤਨ ਦੇ, ਓ ਵਿਧਾਤਾ ਮਨ ਮੁਖ ਸੋਏ।
ਪ੍ਰਭ ਜਗ ਜੀਵਨ ਅਵਰ ਨ ਕੋਇ, ਨਾਨਕ ਨਾਮ ਰਤੇ ਪਤ ਹੋਏ। ਪ੍ਰਭ ਜਗ ਜੀਵਨ ਅਵਰ ਨ ਕੋਇ, ਨਾਨਕ ਨਾਮ ਰਤੇ ਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ, ਪਤਿਤ ਪਾਵਨ ਭਗਤ ਵਛਲ ਗਰੀਬ ਨਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਵਿੱਚ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਰਸਨਾ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਉਪਦੇਸ਼ ਜੋ ਮਹਾਰਾਜ ਸਾਹਿਬ ਜੀ ਦੱਖਣੀ ਓੰਕਾਰ ਬਾਣੀ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਅੱਜ ਦਾ ਪਾਵਨ ਉਪਦੇਸ਼ ਇਸ ਅੰਮ੍ਰਿਤ ਬਾਣੀ ਦੀ 9ਵੀਂ ਪੌੜੀ ਅੰਦਰ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਇਸ ਅੰਮ੍ਰਿਤ ਬਾਣੀ ਦੀਆਂ 53 ਪੌੜੀਆਂ ਹਨ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਨਰਮਦਾ ਨਦੀ ਦੇ ਕੰਢੇ ਤੇ ਸਤਿਗੁਰੂ ਜੀ ਨੇ ਪੰਡਤ ਨੂੰ ਉਪਦੇਸ਼ ਦਿੰਦਿਆਂ ਹੋਇਆਂ ਇਹ ਅੰਮ੍ਰਿਤ ਬਾਣੀ ਉਚਾਰਨ ਕੀਤੀ, ਜਿਸ ਦੀਆਂ ਰਹਾਉ ਦੀਆਂ ਤੁਕਾਂ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਹੈ। ਜਿਵੇਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਭ ਤੋਂ ਵੱਡੇ ਹਨ, ਇਸੇ ਤਰ੍ਹਾਂ ਸਤਿਗੁਰਾਂ ਦਾ ਰਸਨਾ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਉਪਦੇਸ਼ ਇਹ ਵੀ ਸਭ ਤੋਂ ਮਹਾਨ ਹੈ, ਸਭ ਤੋਂ ਉੱਤਮ ਹੈ। ਤੋ ਗਰੀਬ ਨਵਾਜ ਸਾਹਿਬ ਜੀ ਸੂਰਜ ਦੀ ਨਿਆਈ ਸੰਸਾਰ ਦੇ ਅੰਦਰ ਪ੍ਰਗਟ ਹੋਏ ਭਾਈ ਗੁਰਦਾਸ ਸਾਹਿਬ ਜੀ ਨੇ ਕਥਨ ਕੀਤਾ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਵੇਖੋ ਇਸ ਪਹਿਲੀ ਪੌੜੀ ਅੰਦਰ ਹੀ ਮਹਾਰਾਜ ਸਾਹਿਬ ਜੀ ਦੇ ਨਾਮ ਦਾ ਜ਼ਿਕਰ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਨਾਮ ਨਾਲ ਸਤਿਗੁਰ ਆਖਿਆ ਭਾਈ ਸਾਹਿਬ ਜੀ। ਇਹਦੇ ਵਿੱਚ ਇਹ ਭਾਵ ਹੈ ਕਿ ਮਹਾਰਾਜ ਸਾਹਿਬ ਜੀ ਜਿਸ ਦਿਨ ਪ੍ਰਗਟ ਹੋਏ ਨਾ, ਜਿਸ ਦਿਨ ਗੁਰੂ ਜੀ ਦਾ ਅਵਤਾਰ ਹੋਇਆ, ਉਸੇ ਦਿਨ ਹੀ ਸਤਿਗੁਰ ਰੂਪ ਵਿੱਚ ਪ੍ਰਗਟ ਹੋਏ ਆ ਮਹਾਰਾਜ ਸਾਹਿਬ। ਜਿਸ ਦਿਨ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਨਾ 1526 ਬਿਕਰਮੀ ਸੰਮਤ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ, ਈਸਵੀ ਸਨ 1469 ਬਣਦਾ ਹੈ, ਨਵੰਬਰ ਦੇ ਮਹੀਨੇ ਵਿੱਚ
ਭਾਈ ਗੁਰਦਾਸ ਸਾਹਿਬ ਜੀ ਨੇ ਕਬਿਤ ਸੋਈਆਂ ਵਿੱਚ ਵੀ ਇਹ ਜ਼ਿਕਰ ਕੀਤਾ ਮਹਾਰਾਜ ਦੇ ਪ੍ਰਕਾਸ਼ ਦਾ। ਜਿਵੇਂ ਉਹਨਾਂ ਨੇ ਇਹ ਵਾਰਾਂ ਵਿੱਚ ਆਖਿਆ ਨਾ, ਸਤਿਗੁਰ ਨਾਨਕ ਪ੍ਰਗਟਿਆ, ਇਸੇ ਤਰ੍ਹਾਂ ਕਬਿਤ ਸੋਈਆਂ ਵਿੱਚ ਉਹਨਾਂ ਨੇ ਕੱਤਕ ਮਹੀਨੇ ਦੀ ਪੂਰਨਮਾਸ਼ੀ ਦਾ ਵੀ ਜ਼ਿਕਰ ਕੀਤਾ। ਭਾਈ ਸਾਹਿਬ ਕਹਿੰਦੇ ਕਾਰਤਕ ਮਾਸ, ਕੱਤਕ ਦਾ ਮਹੀਨਾ, ਕਾਰਤਕ ਮਾਸ ਰੁੱਤ ਸਰਦ ਪੂਰਨਮਾਸੀ, 8 ਜਾਮ 60 ਕਰੀ ਆਜ ਤੇਰੀ ਬਾਰੀ ਹੈ। ਕਹਿੰਦੇ ਵੀ ਇਹ ਭਾਗਾਂ ਵਾਲਾ ਦਿਨ ਹੈ, ਕੱਤਕ ਮਹੀਨੇ ਦੀ ਪੁੰਨਿਆ ਕਿ ਇਸ ਦਿਨ ਮਹਾਰਾਜ ਆਪ ਜੀ ਨੇ ਪ੍ਰਕਾਸ਼ ਧਾਰਿਆ। ਸਤਿਗੁਰੂ ਜੀ ਜਿਸ ਦਿਨ ਪ੍ਰਗਟ ਹੋਏ ਆ ਉਸੇ ਦਿਨ ਹੀ ਤਖਤ ਚੌਰ ਛਤਰ ਦੇ ਮਾਲਕ ਆ, ਉਸੇ ਦਿਨ ਹੀ ਸਤਿਗੁਰੂ ਰੂਪ ਵਿੱਚ ਪ੍ਰਗਟ ਹੋਏ ਮਹਾਰਾਜ ਸਾਹਿਬ। ਅਵਤਾਰ ਸਾਧ ਸੰਗਤ ਜੀ 6 ਪ੍ਰਕਾਰ ਦੀ ਗਿਣਤੀ ਕੀਤੀ ਉਂਝ ਅਵਤਾਰਾਂ ਦੀ, ਇੱਕ ਨਿਤ ਅਵਤਾਰ, ਨਮਿਤ ਅਵਤਾਰ, ਇਸੇ ਤਰ੍ਹਾਂ ਅੰਸਾ ਅਵਤਾਰ, ਅਵੇਸ਼ਾ ਅਵਤਾਰ, ਕਲਾ ਅਵਤਾਰ ਤੇ ਪੂਰਨ ਅਵਤਾਰ। ਨਿਤ ਅਵਤਾਰ ਸੰਤਾਂ ਨੂੰ ਕਿਹਾ ਜਾਂਦਾ ਹੈ, ਰੱਬ ਦੇ ਪਿਆਰਿਆਂ ਨੂੰ, ਸਾਸ ਗ੍ਰਾਸ ਸਿਮਰਨ ਕਰਨ ਵਾਲੇ ਉਹ ਪਰਮੇਸ਼ਰ ਦਾ ਨਿਤ ਅਵਤਾਰ ਧਰਤੀ ਦੇ ਉੱਤੇ। ਤੇ ਨਿਮਿਤ ਅਵਤਾਰ ਉਸ ਨੂੰ ਕਿਹਾ ਜਾਂਦਾ ਹੈ ਕਿਸੇ ਨਿਮਿਤ ਨੂੰ ਲੈ ਕੇ, ਕਿਸੇ ਸਬੱਬ ਨੂੰ ਲੈ ਕੇ, ਕਿਸੇ ਕਾਰਨ ਨੂੰ ਲੈ ਕਰਕੇ। ਜਿਸ ਵੇਲੇ ਪਰਮੇਸ਼ਰ ਵਾਹਿਗੁਰੂ ਜੀ ਕਿਸੇ ਦੇਵਤੇ ਨੂੰ ਜਾਂ ਕਿਸੇ ਮਹਾਨ ਸ਼ਖਸੀਅਤ ਨੂੰ ਭੇਜਦੇ, ਉਹ ਨਿਮਿਤ ਅਵਤਾਰ ਮੰਨਿਆ ਗਿਆ। ਜਿਵੇਂ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ, ਹਰਨਾਕਸ਼ ਨੂੰ ਸੋਧਣ ਵਾਸਤੇ ਨਰਸਿੰਘ ਅਵਤਾਰ ਧਾਰਿਆ ਸੀ। ਉਹ ਕੁਝ ਸਮੇਂ ਵਾਸਤੇ ਧਾਰਿਆ ਸੀ, ਉਹ ਆਪਣਾ ਕਾਰਜ ਕਰਕੇ ਫਿਰ ਆਪਣੇ ਆਪ ਨੂੰ ਅਲੋਪ ਕਰ ਲਿਆ। ਪ੍ਰਭ ਥੰਬ ਤੇ ਨਿਕਸੇ ਕੈ ਵਿਸਥਾਰ, ਹਰਨਾਕਸ਼ ਛੇਦਿਓ ਨਖ ਵਿਦਾਰ। ਤੋ ਇਸੇ ਪ੍ਰਕਾਰ ਬਾਕੀ ਦੇ ਅਵਤਾਰਾਂ ਦਾ ਜ਼ਿਕਰ ਹੈ। ਕੋਈ 14 ਕਲਾ ਅਵਤਾਰ ਹੈ, ਕੋਈ 16 ਕਲਾ ਅਵਤਾਰ ਹੈ। ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੇ ਸਤਿਗੁਰਾਂ ਦੇ ਫਿਰ ਧਾਰਨ ਕੀਤੇ ਹੋਏ 10 ਜਾਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਨਾਨਕ ਗੁਰ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ, ਸਤਿਗੁਰੂ ਜੀ ਪੂਰਨ ਅਵਤਾਰ। ਕਦੀ 16 ਕਲਾ ਅਵਤਾਰ ਵੀ ਪਰਮੇਸ਼ਰ ਵਾਹਿਗੁਰੂ ਜੀ ਨੇ ਭੇਜਿਆ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਪਰ ਜਿਸ ਵੇਲੇ ਕਲਯੁਗ ਦਾ ਸਮਾਂ ਆਇਆ, ਸਭ ਸੰਸਾਰ ਦੇ ਵਿੱਚ ਪਾਪ ਦਾ ਵਰਤਾਰਾ ਵਧਿਆ, ਵਰਤਿਆ ਪਾਪ ਸਭ ਜਗ ਮਾਹੀ। ਜਿਸ ਵੇਲੇ ਐਸੀ ਹਾਲਤ ਹੋਈ, ਕਲਮਲ ਹੋਈ, ਮੇਦਨੀ ਅਰਦਾਸ ਕਰੇ ਲੈ ਬੁਲਾਏ, ਸੱਚੈ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਆਪ ਮੁਹਾਰੇ ਸੰਸਾਰ ਵਿੱਚੋਂ ਅਰਦਾਸਾਂ ਹੋਈਆਂ, ਬੇਨਤੀਆਂ ਹੋਈਆਂ। ਜਿੰਨਾ ਗਹਿਰਾ ਦੁੱਖ ਹੈ ਉਨੀ ਅਰਦਾਸ ਵੀ ਗਹਿਰੀ ਹੁੰਦੀ ਹੈ। ਅੰਦਰੋਂ ਕੂਕ ਪੁਕਾਰਾਂ ਹੋਈਆਂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲਹਿਓ ਉਬਾਰ। ਇਹ ਮਾਲਕਾ ਜਿਵੇਂ ਵੀ ਕਿਰਪਾ ਕਰ ਸਕਦੇ ਹੋ ਆਪ ਰੱਖਿਆ ਕਰੋ। ਉਸ ਵੇਲੇ ਫਿਰ ਭਾਈ ਸਾਹਿਬ ਕਹਿੰਦੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਦਾਤਾਰ ਪ੍ਰਭੂ ਨੇ ਪੁਕਾਰ ਸੁਣੀ ਸੰਸਾਰ ਦੀ, ਤੇ ਫਿਰ ਉਹ ਨਿਰਗੁਣ ਪਰਮੇਸ਼ਰ ਨੇ ਜਦੋਂ ਪੁਕਾਰ ਸੁਣੀ ਤੇ ਫਿਰ ਸਰਗੁਣ ਨੂੰ ਧਰਤੀ ਦੇ ਉੱਤੇ ਭੇਜਿਆ। ਦੋ ਨਹੀਂ, ਪਰਮੇਸ਼ਰ ਇੱਕ ਹੀ ਆ, ਉਹਦੇ ਸਰੂਪ ਦੋ ਹਨ, ਇੱਕ ਨਿਰਗੁਣ ਤੇ ਇੱਕ ਸਰਗੁਣ ਹੈ। ਆਪ ਹੀ ਉਹ ਦੋਹਾਂ ਰੂਪਾਂ ਵਿੱਚ। ਉਸ ਨਿਰਗੁਣ ਪਰਮੇਸ਼ਰ ਨੇ ਫਿਰ ਆਪਣਾ ਸਰਗੁਣ ਜਾਮਾ ਧਾਰਨ ਕੀਤਾ ਤੇ ਫਿਰ ਉਹ ਸਤਿਗੁਰ ਨਾਨਕ ਪ੍ਰਗਟਿਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਨਿਰਗੁਣ ਆਪ ਸਰਗੁਣ ਭੀਓ ਹੀ, ਕਲਾ ਧਾਰ ਜਨ ਸਗਲੀ ਮੋਹ।
ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਤੇ ਸੰਸਾਰ ਦੇ ਵਿੱਚੋਂ ਵਿਕਾਰਾਂ ਦੀ, ਪਾਪਾਂ ਦੀ, ਔਗਣਾਂ ਦੀ, ਕੁਰੀਤੀਆਂ ਦੀ ਧੁੰਦ ਨੂੰ ਮਿਟਿਆ ਮਹਾਰਾਜ ਸਾਹਿਬ। ਜਿਉਂ ਕਰ ਸੂਰਜ ਨਿਕਲਿਆ ਤਾਰੇ, ਛਪੇ ਅੰਧੇਰ ਪਲੋਆ। ਭਾਈ ਸਾਹਿਬ ਕਹਿੰਦੇ ਜਿਵੇਂ ਸੂਰਜ ਚੜ੍ਹਦਾ ਹੈ, ਤਾਰੇ ਛਿਪ ਜਾਂਦੇ ਆ ਤੇ ਹਨੇਰਾ ਵੀ ਦੌੜ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੂਰਜ ਦੀ ਤਰ੍ਹਾਂ ਪ੍ਰਗਟ ਹੋਏ, ਗਿਆਨ ਦਾ, ਨਾਮ ਦਾ ਪ੍ਰਕਾਸ਼ ਕੀਤਾ ਸੰਸਾਰ ਦੇ ਵਿੱਚ। ਅਗਿਆਨਤਾ, ਅੰਧਕਾਰ ਦਾ ਹਨੇਰਾ ਦੂਰ ਕੀਤਾ, ਦੰਭ ਪਖੰਡ ਦੇ ਤਾਰੇ ਛਿਪ ਗਏ। ਐਸੇ ਗਰੀਬ ਨਵਾਜ ਸਾਹਿਬ ਤੇ ਸਭ ਸੰਸਾਰ ਦੇ ਸਾਂਝੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਤ ਤੇਰੇ ਅਪੁੱਟ ਭੰਡਾਰਾ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਭ ਦਾ ਸਾਂਝਾ ਹੈ। ਉਹ ਨਿਰਗੁਣ ਬ੍ਰਹਮ, ਤੇ ਉਸੇ ਨਿਰਗੁਣ ਨੇ ਜਦੋਂ ਸਰਗੁਣ ਰੂਪ ਸਤਿਗੁਰੂ ਰੂਪ ਧਾਰਨ ਕੀਤਾ, ਉਹ ਸਾਰੀ ਸ੍ਰਿਸ਼ਟੀ ਦੇ ਸਾਂਝੇ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਸਭ ਸੰਸਾਰ ਵਾਸਤੇ ਸਾਂਝਾ ਹੈ, ਚੌਹਾਂ ਵਰਨਾਂ ਵਾਸਤੇ ਸਾਂਝਾ ਹੈ, ਹਰ ਇੱਕ ਪ੍ਰਾਣੀ ਮਾਤਰ ਵਾਸਤੇ ਸਾਂਝਾ ਉਪਦੇਸ਼ ਹੈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌਹ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ, ਘਟ ਘਟ ਨਾਨਕ ਮਾਝਾ। ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੂੰ ਕੋਈ ਵੰਡ ਸਕਦਾ ਨਹੀਂ, ਉਹ ਸਭ ਦਾ ਸਾਂਝਾ। ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਹਰੇਕ ਵਸਤੂ ਸਭ ਵਾਸਤੇ ਸਾਂਝੀ ਹੈ। ਜੋ ਬੰਦਾ ਬਣਾਉਂਦਾ ਹੈ ਉਹ ਉਹਦੇ ਤੇ ਆਪਣਾ ਕਬਜ਼ਾ ਕਰ ਲੈਂਦਾ ਹੈ, ਪਰ ਜੋ ਕੁਝ ਪਰਮੇਸ਼ਰ ਨੇ ਬਣਾਇਆ ਹੈ ਉਹ ਸਾਰੀ ਸ੍ਰਿਸ਼ਟੀ ਵਾਸਤੇ ਸਾਂਝਾ ਉਹਨੇ ਬਣਾਇਆ। ਪੰਜੇ ਤੱਤ ਪੈਦਾ ਕੀਤੇ ਪ੍ਰਭੂ ਨੇ। ਆ ਹਵਾ ਹੈ ਤੇ ਸਾਰਿਆਂ ਨੂੰ ਇੱਕੋ ਜਿਹਾ ਜੀਵਨ ਦੇ ਰਹੀ ਹੈ, ਕਿਸੇ ਨਾਲ ਪੱਖਪਾਤ ਨਹੀਂ ਕਰਦੀ ਹੈ ਕਿ ਰਾਜੇ ਵਾਸਤੇ ਕੋਈ ਵੱਖਰਾ ਉਹਦਾ ਸੁਭਾਅ ਹੋਵੇ ਤੇ ਰੰਕ ਵਾਸਤੇ ਕੋਈ ਵੱਖਰਾ ਹੋਵੇ, ਅਮੀਰ ਗਰੀਬ ਵਾਸਤੇ ਕੋਈ ਵੱਖਰੀ ਤਰ੍ਹਾਂ ਦੀ ਹਵਾ ਹੋਵੇ। ਨਹੀਂ, ਸਾਰਿਆਂ ਵਾਸਤੇ ਇੱਕੋ ਜਿਹੀ ਹਵਾ ਪਰਮੇਸ਼ਰ ਦੀ ਪੈਦਾ ਕੀਤੀ ਹੋ। ਪੌਣ ਇੱਕੋ ਜਿਹੀ ਸਾਰਿਆਂ, ਪਾਣੀ ਸਾਰਿਆਂ ਨੂੰ ਇੱਕੋ ਜਿਹੀ ਪਿਆਸ ਬੁਝਾਉਂਦਾ ਹੈ। ਕੋਈ ਇਸ਼ਨਾਨ ਕਰਦਾ ਹੈ ਤੇ ਇੱਕੋ ਜਿਹਾ ਹੀ ਸਾਰਿਆਂ ਦੇ ਸਰੀਰ ਦੇ ਉੱਤੇ ਅਸਰ ਕਰਦਾ, ਸਾਰਿਆਂ ਦਾ ਸਰੀਰ ਸਾਫ਼ ਕਰਦਾ ਹੈ, ਸਵੱਛ ਕਰਦਾ। ਅਗਨੀ ਜਿਹੜੀ ਉਹ ਸਾਰਿਆਂ ਵਾਸਤੇ ਇੱਕੋ ਜਿਹੀ ਹੈ, ਧਰਤੀ ਸਭ ਵਾਸਤੇ ਇੱਕੋ ਜਿਹੀ, ਆਕਾਸ਼ ਸਭ ਵਾਸਤੇ ਇੱਕੋ ਜਿਹਾ। ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਮੀਂਹ ਪੈਂਦਾ ਹੈ ਤੇ ਕੋਈ ਵਾਧ ਘਾਟ ਨਹੀਂ, ਸਭ ਵਾਸਤੇ ਇੱਕੋ ਜਿਹਾ ਹੀ। ਜਿਵੇਂ ਪਰਮੇਸ਼ਰ ਵਾਹਿਗੁਰੂ ਜੀ ਦੀ ਪੈਦਾ ਕੀਤੀ ਹੋਈ ਹਰੇਕ ਵਸਤੂ ਉਹ ਸਭ ਵਾਸਤੇ ਸਾਂਝੀ ਹੈ ਤੇ ਉਹ ਪਰਮੇਸ਼ਰ ਵੀ ਸਭ ਵਾਸਤੇ ਸਾਂਝਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਪੰਡਤ ਨੂੰ ਸੰਬੋਧਨ ਹੋ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਆ, ਪਰ ਸਤਿਗੁਰੂ ਜੀ ਦਾ ਉਪਦੇਸ਼ ਹਰੇਕ ਸਮੇਂ ਹਰੇਕ ਪ੍ਰਾਣੀ ਮਾਤਰ ਵਾਸਤੇ ਕਲਿਆਣਕਾਰੀ ਹੈ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਇਹ 9ਵੀਂ ਪੌੜੀ ਅੰਦਰ ਅੱਜ ਬਖਸ਼ਿਸ਼ ਕਰ ਰਹੇ ਆ। 930 ਅੰਗ ਤੋਂ ਹੇਠਲੇ ਪਾਸਿਓਂ ਇਹ ਪੌੜੀ ਆਰੰਭ ਹੁੰਦੀ ਹੈ ਤੇ 931 ਅੰਗ ਤੇ ਇਸ ਪੌੜੀ ਦੀ ਸਮਾਪਤੀ ਹੁੰਦੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਵੇਂ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਗਵੈ ਸੂਰ ਅਸੁਰ ਸੰਘਾਰੈ। ਮਹਾਰਾਜ ਪੰਡਿਤ ਨੂੰ ਉਪਦੇਸ਼ ਦੇ ਰਹੇ ਹਨ। ਨਰਮਦਾ ਨਦੀ ਦੇ ਕੰਢੇ ਤੇ ਜਿਸ ਥਾਂ ਦੇ ਉੱਤੇ ਮਹਾਦੇਵ ਦਾ ਮੰਦਰ ਹੈ, ਸ਼ਿਵ ਜੀ ਦਾ ਮੰਦਰ, ਉਸ ਮੰਦਰ ਵਿੱਚ ਉਹ ਬਾਲਕਿਆਂ ਨੂੰ ਪੜ੍ਹਾ ਰਿਹਾ ਸੀ। ਔਰ ਗੇਰੂਏ ਜਿਹੇ ਰੰਗ ਦਾ ਪਹਾੜ ਹੈ, ਹੁਣ ਉੱਥੇ ਮਹਾਰਾਜ ਸਾਹਿਬ ਜੀ ਦਾ ਸਥਾਨ ਵੀ ਬਣਿਆ ਹੋਇਆ। ਤੇ ਸਨਾਤਨ ਮਤ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜਿਸ ਵੇਲੇ ਸੂਰਜ ਉਦੇ ਹੁੰਦਾ ਹੈ, ਉਗਵੈ ਸੂਰ, ਸੂਰਜ ਚੜ੍ਹਦਾ ਜਿਸ ਵੇਲੇ, ਅਸੁਰ ਸੰਘਾਰ ਹੈ ਵੀ ਇਹ 14,000 ਦੈਤਾਂ ਨੂੰ ਮਾਰ ਕਰਕੇ ਕਹਿੰਦੇ ਫਿਰ ਚੜ੍ਹਦਾ। ਇਹ ਤਾਂ ਮੰਨਣਾ ਹੈ ਸਨਾਤਨ ਮਤ ਦਾ। ਉਹ ਪੰਡਤ ਦੇ ਨਾਲ ਗੱਲਬਾਤ ਹੋ ਰਹੀ ਹੈ ਨਾ ਮਹਾਰਾਜ ਸਾਹਿਬ ਜੀ, ਤੇ ਗੁਰੂ ਸਾਹਿਬ ਜੀ ਦਾ ਸਿਧਾਂਤ ਆਪਣਾ ਹੈ।
ਕਈਆਂ ਥਾਵਾਂ ਦੇ ਉੱਤੇ ਕਈਆਂ ਸੰਸਾਰ ਦੇ ਜੀਵਾਂ ਨਾਲ ਗੁਰੂ ਸਾਹਿਬ ਜੀ ਦੀ ਵਾਰਤਾਲਾਪ ਹੋਈ ਹੈ। ਜਿਵੇਂ ਬਚਪਨ ਦੇ ਵਿੱਚ ਰਾਏ ਭੋਏ ਦੀ ਤਲਵੰਡੀ ਜਨੇਊ ਦੇ ਉੱਤੇ ਵੀ ਗੱਲਬਾਤ ਹੋਈ ਸੀ ਪੰਡਤ ਦੇ ਨਾਲ। ਹੁਣ ਉਹ ਧਾਗੇ ਵਾਲਾ ਜਨੇਊ, ਕਪਾਹ ਵਾਲਾ ਜਨੇਊ ਵੱਢ ਕੇ ਪਾਉਂਦਾ। ਮਹਾਰਾਜ ਸਾਹਿਬ ਨੇ ਉਹਦੀ ਥਾਂ ਤੇ ਸ਼ੁਭ ਗੁਣਾਂ ਦਾ ਜਨੇਊ ਦੱਸਿਆ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਾਟੇ ਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ। ਇਸੇ ਤਰ੍ਹਾਂ ਪੰਡਤ ਨਾਲ ਗੱਲ ਹੋ ਰਹੀ ਹੈ, ਕਿਉਂਕਿ ਇਹ ਵੀ ਵੇਖਣਾ ਪਵੇਗਾ ਨਾ ਕਿ ਇਹ ਬਾਣੀ ਮਹਾਰਾਜ ਨੇ ਸ਼ਬਦ ਕਿੱਥੇ ਉਚਾਰਨ ਕੀਤਾ। ਤਾਂ ਉਹ ਪੰਡਤ ਉਹਨਾਂ ਦਾ ਮੰਨਣਾ ਹੈ ਕਿ ਜਦੋਂ ਸੂਰਜ ਚੜ੍ਹਦਾ ਹੈ, ਕਹਿੰਦੇ ਵੀ ਇਹ 14,000 ਦੈਂਤਾਂ ਨੂੰ ਮਾਰ ਕੇ ਚੜ੍ਹਦਾ ਹੈ। ਉਗਵੈ ਸੂਰ ਅਸੁਰ ਸੰਘਾਰ ਹੈ। ਸਤਿਗੁਰੂ ਜੀ ਨੇ ਉਹਦੇ ਤੋਂ ਹੀ ਉਹਨੂੰ ਉਪਦੇਸ਼ ਬਖਸ਼ ਦਿੱਤਾ। ਕਹਿਣ ਲੱਗੇ ਉਗਵੈ ਸੂਰ, ਜਦੋਂ ਸੂਰਜ ਚੜ੍ਹਦਾ ਹੈ ਨਾ ਉਦੇ ਹੁੰਦਾ ਹੈ। ਤੇ ਮਹਾਰਾਜ ਕਹਿਣ ਲੱਗੇ ਵੀ ਇਹ ਦੈਂਤਾਂ ਨੂੰ ਸੰਘਾਰਦਾ ਹੈ। ਵੀ ਜਦੋਂ ਸੂਰਜ ਚੜ੍ਹਦਾ ਹੈ ਸੰਸਾਰ ਦੇ ਵਿੱਚ ਜਿਹੜੇ ਦੈਂਤ ਬਿਰਤੀ ਵਾਲੇ ਮਨੁੱਖ ਹਨ ਨਾ, ਉਹਨਾਂ ਦਾ ਸੰਘਾਰ ਕਰਦਾ ਹੈ। ਭਾਵ ਸੂਰਜ ਚੜ੍ਹਨ ਦੇ ਨਾਲ ਜਿਹੜੇ ਬੁਰੇ ਲੋਕ ਹਨ, ਬੁਰਿਆਈ ਕਰਨ ਵਾਲੇ, ਉਹ ਬੁਰਿਆਈ ਕਰਨ ਤੋਂ ਟਾਲਾ ਵੱਟਦੇ ਹਨ। ਇਹ ਜਦੋਂ ਹਨੇਰਾ ਹੁੰਦਾ, ਹਨੇਰ ਦੇ ਵਿੱਚ ਚੋਰ ਚੋਰੀਆਂ ਕਰਦਾ, ਹੋਰ ਕੁਕਰਮ ਕਰਨ ਵਾਲੇ ਕੁਕਰਮ ਕਰਦੇ ਹਨ। ਤਾਂ ਇਸ ਤਰੀਕੇ ਦੇ ਨਾਲ ਉਹ ਰਾਤ ਦੇ ਹਨੇਰੇ ਦੇ ਵਿੱਚ ਲੁੱਟ ਘਸੁੱਟ ਕਰਨ ਵਾਲੇ, ਚੋਰੀਆਂ ਕਰਨ ਵਾਲੇ, ਪਾਪ ਕੁਕਰਮ ਕਰਨ ਵਾਲੇ, ਉਹ ਜਦੋਂ ਸੂਰਜ ਚੜ੍ਹ ਜਾਂਦਾ ਹੈ ਤੇ ਉਹਨਾਂ ਦਾ ਇੱਕ ਤਰ੍ਹਾਂ ਨਾਲ ਸੰਘਾਰ ਹੋ ਜਾਂਦਾ। ਭਾਵ ਉਸ ਮੌਕੇ ਤੇ ਉਹ ਆਪੋ ਆਪਣੇ ਟਿਕਾਣੇ ਤੇ ਠਹਿਰ ਜਾਂਦੇ। ਰਾਤ ਦੇ ਹਨੇਰੇ ਵਿੱਚ ਉਹ ਵੀ ਭੱਜ ਦੌੜ ਕਰਦੇ। ਇੱਕ ਤਾਂ ਇਹ ਭਾਵ ਹੈ। ਤੇ ਅੰਤਰੀਵੀ ਭਾਵ ਜਿਹੜਾ ਅਸਲ ਭਾਵ ਹੈ ਇਸ ਪੰਕਤੀ ਵਿੱਚ ਉਹ ਇਹ ਹੈ, ਇਹ ਤਾਂ ਬਾਹਰੀ ਦ੍ਰਿਸ਼ਟਾਂਤ ਹੈ ਨਾ। ਅੰਤਰੀਵੀ ਇਹ ਹੈ ਕਿ ਉਗਵੈ ਸੂਰ, ਸੂਰਜ ਹੈ ਸਤਿਗੁਰੂ ਤੇ ਪ੍ਰਕਾਸ਼ ਹੈ ਸਤਿਗੁਰੂ ਸੂਰਜ ਦੇ ਗਿਆਨ ਦਾ, ਗੁਰੂ ਕੇ ਉਪਦੇਸ਼ ਦਾ। ਜਦੋਂ ਸਤਿਗੁਰੂ ਰੂਪੀ ਸੂਰਜ ਉਦੇ ਹੁੰਦਾ ਹੈ, ਭਾਵ ਚਾਨਣਾ ਕਰਦਾ ਹੈ, ਪ੍ਰਕਾਸ਼ ਕਰਦਾ ਹੈ, ਗੁਰੂ ਕੇ ਗਿਆਨ ਦਾ ਦਿਨ ਚੜ੍ਹਦਾ ਹੈ, ਅਸੁਰ ਸੰਘਾਰੇ। ਫਿਰ ਗੁਰੂ ਰੂਪੀ ਸੂਰਜ ਜਗਿਆਸੂ ਦੇ ਹਿਰਦੇ ਦੇ ਵਿੱਚੋਂ ਜਿਹੜੀ ਆਸੁਰੀ ਸੰਪਦਾ ਇਹਦਾ ਉਹਦਾ ਸੰਘਾਰ ਕਰਦਾ, ਉਹਦਾ ਖਾਤਮਾ ਕਰਦਾ। ਗੁਰੂ ਰੂਪੀ ਸੂਰਜ ਜਦੋਂ ਆਪਣੇ ਗਿਆਨ ਦਾ ਪ੍ਰਕਾਸ਼ ਕਰਦੇ ਆ ਨਾ, ਫਿਰ ਮਨੁੱਖ ਦੇ ਹਿਰਦੇ ਵਿੱਚੋਂ ਦੈਂਤਾਂ ਦਾ ਖਾਤਮਾ ਕਰਦੇ। ਉਹ ਦੈਂਤ ਕਿਹੜੇ ਆ? ਕਾਮ ਦਾ ਫੁਰਨਾ, ਕ੍ਰੋਧ ਦਾ ਫੁਰਨਾ, ਲੋਭ ਦਾ ਫੁਰਨਾ, ਮੋਹ ਤੇ ਹੰਕਾਰ, ਝੂਠ ਤੇ ਨਿੰਦਿਆ, ਚੁਗਲੀ, ਈਰਖਾ, ਬਖੀਲੀ, ਇਹ ਸਾਰੇ ਦੈਂਤ ਹੀ ਆ। ਇਹ ਵਕਾਰ ਸਾਰੇ ਦੈਂਤ ਹੀ ਆ। ਇਹ ਮਨੁੱਖ ਨੂੰ ਦੈਂਤ ਰਾਖਸ਼ ਬਣਾ ਦਿੰਦੇ। ਕਾਮ ਬੰਦੇ ਨੂੰ ਦੈਂਤ ਬਣਾ ਦਿੰਦਾ, ਰਾਖਸ਼ ਬਣਾ ਦਿੰਦਾ। ਕਾਮ ਦੇ ਵਿੱਚ ਅਧੀਨ ਹੋ ਕਰਕੇ ਕੀ ਕੁਝ ਕਰ ਦਿੰਦਾ, ਕਤਲ ਕਰਨ ਤੱਕ ਵੀ ਗੱਲ ਚਲੇ ਜਾਂਦੀ ਹੈ। ਇੱਕ ਦੂਜੇ ਨੂੰ ਮਾਰਦਾ ਵੀ ਹੈ ਤੇ ਕਾਇਆ ਨੂੰ ਵੀ ਗਾਲਦਾ ਹੈ। ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉ ਕੰਚਨ ਸੁਹਾਗਾ ਢਲ ਹੈ। ਇਹ ਦੈਂਤ ਇਹਦੇ ਵਿੱਚ ਹੀ ਬੈਠੇ ਹੋਏ ਆ ਅੰਦਰੇ। ਜਿਸ ਵੇਲੇ ਸਤਿਗੁਰੂ ਰੂਪੀ ਸੂਰਜ ਉਦੇ ਹੁੰਦੇ ਆ, ਗਿਆਨ ਦਾ ਪ੍ਰਕਾਸ਼ ਕਰਦੇ ਆ, ਤੇ ਫਿਰ ਮਨੁੱਖ ਦੇ ਅੰਦਰੋਂ ਜਿਹੜੀ ਇਹ ਆਸੁਰੀ ਸੰਪਦਾ ਹੈ, ਵਿਕਾਰਾਂ ਰੂਪੀ ਅਸੁਰ ਹਨ, ਵਿਕਾਰਾਂ ਰੂਪੀ ਰਾਖਸ਼ ਦੈਂਤ ਆ, ਇਹਨਾਂ ਨੂੰ ਸਤਿਗੁਰੂ ਜੀ ਸੰਘਾਰ ਦਿੰਦੇ। ਇਸ ਦੇਹੀ ਅੰਦਰ ਪੰਜ ਚੋਰ ਵਸਾ ਹੈ। ਹਨੇਰੇ ਵਿੱਚ ਚੋਰ ਚੋਰੀ ਕਰਦਾ ਹੈ। ਅੱਜ ਕੱਲ੍ਹ ਦੇ ਸਮੇਂ ਵਿੱਚ ਤਾਂ ਚਾਨਣੇ 'ਚ ਵੀ ਕਰ ਲੈਂਦੇ, ਪਰ ਜ਼ਿਆਦਾ ਚੋਰ ਜਿਹੜਾ ਵਾ ਉਹ ਹਨੇਰਾ ਹੀ ਭਾਲਦਾ, ਓਲਾ ਭਾਲਦਾ। ਤਾਂ ਇਹ ਅਗਿਆਨਤਾ ਰੂਪੀ ਹਨੇਰਾ ਰਾਤ ਪਈ ਹੋਈ ਹੈ ਤੇ ਵਿਕਾਰਾਂ ਰੂਪੀ ਜਿਹੜੇ ਚੋਰ ਹਨ, ਇਹ ਜੀਵ ਦਾ ਖਜ਼ਾਨਾ ਲੁੱਟੀ ਜਾ ਰਹੇ ਹਨ। ਇਸ ਦੇਹ ਅੰਦਰ ਪੰਜ ਚੋਰ ਵਸਾ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੁੱਟਾ ਹੈ
ਮਨਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰਾ। ਅੰਧਾ ਜਗਤਿ ਅੰਧ ਵਰਤਾਰਾ, ਬਾਝ ਗੁਰੂ ਗੁਬਾਰਾ। ਆਖਿਆ ਗੁਰੂ ਦੇ ਉਪਦੇਸ਼ ਤੋਂ ਬਿਨਾ, ਗੁਰੂ ਕੇ ਗਿਆਨ ਤੋਂ ਬਿਨਾ ਤਾਂ ਮਨੁੱਖ ਦੀ ਜ਼ਿੰਦਗੀ ਗੁਬਾਰ ਵਿੱਚ ਹੈ, ਹਨੇਰੇ ਦੇ ਵਿੱਚ ਹੈ। ਤੇ ਹਨੇਰੇ ਦੇ ਵਿੱਚ ਫਿਰ ਇਹਦਾ ਖਜ਼ਾਨਾ ਲੁੱਟਿਆ ਜਾਂਦਾ ਹੈ, ਇਹ ਠੱਗਿਆ ਜਾਂਦਾ ਹੈ। ਹਨੇਰੇ ਦੇ ਵਿੱਚ ਇਹਨੂੰ ਘਾਟਾ ਪੈਂਦਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਕਿਹਾ, ਜੇ 100 ਚੰਦਾ ਯੁਗ ਵਹਿ, ਸੂਰਜ ਚੜ੍ਹੈ 1000। ਬਾਹਰਲੇ ਭਾਵੇਂ ਇੱਕ ਦੀ ਥਾਂ ਤੇ 100 ਚੰਦ ਪ੍ਰਕਾਸ਼ ਕਰਨ, ਇੱਕ ਸੂਰਜ ਦੀ ਥਾਂ ਤੇ ਭਾਵੇਂ 1000 ਸੂਰਜ ਚੜ ਜਾਵੇ। ਜਿੱਥੇ ਇੱਕ ਨੇ ਪ੍ਰਕਾਸ਼ ਕਰਨਾ, ਉੱਥੇ 100 ਨੇ ਪ੍ਰਕਾਸ਼ ਕਰਨਾ, ਜ਼ਿਆਦਾ ਕਰ ਦੇਵੇਗਾ ਬਾਹਰ ਪ੍ਰਕਾਸ਼। ਇੱਕ ਸੂਰਜ ਦੀ ਥਾਂ ਤੇ 1000 ਚੜ ਜਾਵੇ, ਜ਼ਿਆਦਾ ਪ੍ਰਕਾਸ਼ ਕਰ ਦੇਵੇਗਾ, ਪਰ ਸੰਸਾਰ ਤੋਂ 1000 ਸੂਰਜ ਝੱਲਿਆ ਨਹੀਂ ਜਾਣਾ, ਕਿੰਨੀ ਤੇਜ਼ ਧੁੱਪ ਹੋ ਜਾਵੇ। ਪਰ ਮਹਾਰਾਜ ਕਹਿੰਦੇ ਜੇ 1000 ਵੀ ਚੜ ਜਾਵੇ, ਉਹਨੇ ਬਾਹਰ ਹੀ ਚਾਨਣਾ ਕਰਨਾ, ਅੰਦਰ ਥੋੜਾ ਚਾਨਣਾ ਕਰਨਾ। ਇਹ ਬਾਹਰ ਕਿੰਨੇ ਵੀ ਸੂਰਜ ਚਾਨਣਾ ਕਰਨ, ਕਿੰਨੇ ਵੀ ਚੰਦ ਪ੍ਰਕਾਸ਼ ਕਰਨ, ਪਰ ਇਹਨਾਂ ਦੇ ਚੜ੍ਹਨ ਤੋਂ ਫਿਰ ਵੀ ਮਨੁੱਖ ਦੇ ਹਿਰਦੇ ਵਿੱਚ ਹਨੇਰਾ ਹੀ ਹਨੇਰਾ। ਜੇ 100 ਚੰਦਾ ਯੁਗ ਵਹਿ, ਸੂਰਜ ਚੜ੍ਹੈ 1000। ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜਿੰਨਾ ਚਿਰ ਗੁਰੂ ਰੂਪੀ ਸੂਰਜ ਪ੍ਰਕਾਸ਼ ਨਹੀਂ ਨਾ ਕਰਦੇ ਗਿਆਨ ਦਾ ਹਿਰਦੇ ਵਿੱਚ, ਉਹਨਾਂ ਚਿਰ ਮਨੁੱਖ ਦੀ ਜ਼ਿੰਦਗੀ ਅਗਿਆਨਤਾ ਦੇ ਹਨੇਰੇ ਵਿੱਚ ਹੀ ਹੈ। ਇਹ ਹਨੇਰੇ ਵਿੱਚ ਹੀ ਰਹਿੰਦਾ, ਔਗਣ ਕਰਦਾ, ਵਿਕਾਰ ਭੋਗਦਾ। ਜਿਸ ਵੇਲੇ ਸਤਿਗੁਰੂ ਰੂਪੀ ਸੂਰਜ ਪ੍ਰਕਾਸ਼ ਕਰਦੇ ਆ, ਫਿਰ ਸਾਰਾ ਹਨੇਰਾ ਦੂਰ ਕਰ ਦਿੰਦੇ ਆ। ਫਿਰ ਮਹਾਰਾਜ ਸਾਹਿਬ ਜੀ ਇਹ ਵਿਕਾਰਾਂ ਰੂਪੀ ਦੈਂਤਾਂ ਦਾ ਸੰਘਾਰ ਕਰਦੇ ਹਨ। ਉੱਚਾ ਦੇਖ ਸ਼ਬਦ ਵਿਚਾਰੈ। ਫਿਰ ਉੱਚਾ, ਉੱਚਾ ਕੌਣ ਹੈ? ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਉੱਚਾ। ਉਹ ਆਪ ਸਭ ਤੋਂ ਉੱਚਾ, ਉਹਦਾ ਦਰਬਾਰ ਵੀ ਸਭ ਤੋਂ ਉੱਚਾ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਉਹ ਸਭ ਤੋਂ ਵੱਡਾ ਹੈ, ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ। ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰ ਸਾਹਾ ਪਾਤਸ਼ਾਹੋ, ਨਿਹਚਲ ਚੌਰ ਛਤ। ਜਦੋਂ ਗੁਰੂ ਸਾਹਿਬ ਜੀ ਸੂਰਜ ਦੀ ਨਿਆਈ ਜੀਵ ਦੇ ਹਿਰਦੇ ਵਿੱਚ ਉਦੇ ਹੁੰਦੇ ਆ ਨਾ, ਆਪਣੇ ਗਿਆਨ ਦਾ, ਨਾਮ ਦਾ, ਉਪਦੇਸ਼ ਦਾ ਚਾਨਣਾ ਕਰਦੇ, ਇਹਦੇ ਅੰਦਰੋਂ ਆਸਰੀ ਸੰਪਦਾ ਦਾ ਸੰਘਾਰ ਹੁੰਦਾ। ਫਿਰ ਉੱਚਾ ਦੇ ਉੱਚੇ ਨੂੰ ਵੇਖਦਾ ਕਿ ਉਹ ਵਾਹਿਗੁਰੂ ਪਰਮੇਸ਼ਰ ਸਭ ਤੋਂ ਉੱਚਾ। ਫਿਰ ਉੱਚੇ ਨਾਲ ਸਾਂਝ ਬਣਦੀ ਹੈ ਉਸ ਮਾਲਕ ਦੇ ਨਾਲ। ਗੁਰੂ ਸਾਹਿਬ ਜੀ ਨੇ ਉੱਚੇ ਦੇ ਨਾਲ ਸਾਂਝ ਬਣਾਈ ਹੈ। ਕਹਿ ਦਿੱਤਾ, ਜਾਗਤ ਜੋਤ ਜਪੈ ਨਿਸ ਬਾਸੁਰ। ਦਿਨੇ ਰਾਤ ਜਾਗਤ ਜੋਤ ਨੂੰ ਜਪੇ। ਜਿਹੜੀ ਜੋਤ ਕਿਸੇ ਨੇ ਜਗਾਈ ਨਹੀਂ ਹੈ, ਜੋ ਸਹਿ ਭੰਗ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਉਹ। ਕਿਉਂਕਿ ਜਿਹੜੀ ਜੋਤ ਕਿਸੇ ਨੇ ਜਗਾਈ ਹੋਵੇ, ਉਹ ਕੋਈ ਬੁਝਾ ਨਹੀਂ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਨੇ ਤਾਂ ਸਾਰੀਆਂ ਜੋਤਾਂ ਜਗਾਈਆਂ ਵਾ ਸਾਰਿਆਂ ਜੀਵਾਂ ਦੇ ਅੰਦਰ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਪਰ ਆਪ ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ। ਉਸ ਨੂੰ ਆਖਿਆ ਸਦਾ ਜਗਦੀ ਜੋਤ। ਉਸ ਦੀ ਵੀ ਜਗਮਗਾ ਰਹੀ ਜੋਤ ਹੈ, ਪ੍ਰਭੂ ਦੀ ਜੋਤ। ਤੇ ਮਹਾਰਾਜ ਕਹਿੰਦੇ ਉਸ ਨੂੰ ਦਿਨੇ ਰਾਤ ਜਪੇ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਉਸ ਇੱਕ ਤੋਂ ਬਿਨਾ ਮਨ ਵਿੱਚ ਨੈਕ ਭੋਰਾ ਜਿਹਾ ਹੋਰ ਕਿਸੇ ਨੂੰ ਨਾ ਲਿਆਵੇ। ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ। ਉਸ ਪ੍ਰਭੂ ਦੇ ਪ੍ਰੇਮ ਵਿੱਚ ਪੂਰਨ ਤੌਰ ਤੇ, ਪ੍ਰੀਤ ਵਿੱਚ, ਪ੍ਰਤੀਤ ਵਿੱਚ ਸਜ ਜਾਵੇ। ਕਲਗੀਧਰ ਪਾਤਸ਼ਾਹ ਕਹਿੰਦੇ, ਪੂਰਨ ਪ੍ਰੇਮ ਪ੍ਰਤੀਤ ਸਜੈ। ਬ੍ਰਤ ਗੋਰ ਮੜੀ ਮਟ,
ਭੂਲ ਨਾ ਮੰਨੈ, ਭੁੱਲ ਕੇ ਵੀ ਮੜੀਆਂ ਮੱਟਾਂ ਨੂੰ ਨਾ ਮੰਨੇ। ਉਹ ਜਾਗਤ ਜੋਤ ਨੂੰ ਜਪੇ। ਗੁਰੂ ਕੇ ਪੰਥ ਦੇ ਮਹਾਨ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੇ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਕੀਤਾ। ਸ੍ਰੀਮਾਨ ਸੰਤ ਬਾਬਾ ਆਦਰ ਸਿੰਘ ਜੀ ਮਸਦੂਆਣੇ ਵਾਲੇ ਮਹਾਂਪੁਰਖ, ਤਾਂ ਉਹ ਇਸ ਪੰਕਤੀ ਨੂੰ ਆਧਾਰ ਬਣਾ ਕੇ ਨਾ ਜਾਗਤ ਜੋਤ ਜਪੈ ਨਿਸਬਾਸ, ਕਲਗੀਧਰ ਪਾਤਸ਼ਾਹੀ ਦੇ 33 ਸੂਈਆਂ ਦੀ ਬਾਣੀ ਵਿੱਚੋਂ ਇਹ ਸਵਈਆ ਤਾਂ ਉਹ ਪੜ੍ਹਿਆ ਕਰਦੇ ਸੀ। ਜਪੋ ਖਾਲਸਾ ਜੀ ਸਦਾ ਜਾਗਦੀ ਜੋਤ ਨੂੰ, ਜਾਗਤ ਜੋਤ ਅਕਾਲ ਪੁਰਖ ਵਾਹਿਗੁਰੂ ਗੁਰੂ ਸਾਹਿਬ ਜੀ। ਤਾਂ ਪ੍ਰਭੂ ਜੋਤੀ ਸਰੂਪ ਸਭ ਤੋਂ ਉੱਚਾ ਹੈ। ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ, ਫਿਰ ਜਗਿਆਸੂ ਉੱਚਾ ਦੇਖ, ਉੱਚੇ ਨੂੰ ਵੇਖ ਲੈਂਦਾ, ਉਸ ਪ੍ਰਭੂ ਨੂੰ ਵੇਖਦਾ। ਪਰ ਵੇਖਦਾ ਕਦੋਂ ਹੈ? ਸ਼ਬਦ ਵਿਚਾਰ ਹੈ। ਜਿਸ ਵੇਲੇ ਗੁਰੂ ਕੇ ਸ਼ਬਦ ਨਾਲ ਜੁੜਦਾ, ਗੁਰੂ ਕੇ ਸ਼ਬਦ ਰਾਹੀਂ ਉਸ ਵਾਹਿਗੁਰੂ ਜੀ ਦੀ ਵਿਚਾਰ ਇਸ ਨੂੰ ਪ੍ਰਾਪਤ ਹੁੰਦੀ ਹੈ। ਜਦੋਂ ਸ਼ਬਦ ਦੀ ਵਿਚਾਰ ਕਰਦਾ ਹੈ, ਸ਼ਬਦ ਦੇ ਰਾਹੀਂ ਫਿਰ ਉੱਚੇ ਪ੍ਰਭੂ ਨੂੰ ਵੇਖਦਾ ਹੈ। ਉਪਰ ਆਦ ਅੰਤ ਤਿਹੁ ਲੋਏ। ਫਿਰ ਜੀਵ ਨੂੰ ਸਮਝ ਪੈਂਦੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ, ਫਿਰ ਇਹ ਗਿਆਨ ਹਾਸਲ ਹੁੰਦਾ ਹੈ, ਫਿਰ ਇਹ ਪ੍ਰਕਾਸ਼ ਪ੍ਰਾਪਤ ਹੁੰਦਾ ਹੈ ਕਿ ਸਭ ਤੋਂ ਉੱਪਰ ਉਹ ਪਰਮੇਸ਼ਰ ਹੈ। ਬਾਕੀ ਸਾਰੇ ਉਹਦੇ ਤੋਂ ਥੱਲੇ ਆ, ਉਹਦੇ ਤੋਂ ਨੀਵੇਂ, ਉਹਦੇ ਤੋਂ ਥੱਲੇ ਹਨ। ਕਿਉਂਕਿ ਬਾਕੀ ਤਾਂ ਸਾਰੀ ਕਿਰਤ ਵਾ, ਕਰਤਾ ਤੇ ਇੱਕ ਹੀ ਆ ਨਾ। ਬਾਕੀ ਸਾਰੇ ਉਹਦੇ ਤੋਂ ਨੀਵੇਂ ਆ, ਸਭ ਤੋਂ ਉੱਪਰ ਤੇ ਇੱਕ ਹੀ ਆ, ਜਿਸ ਨੂੰ ਮਹਾਰਾਜ ਕਹਿੰਦੇ ਇੱਕ ਓੰਕਾਰ। ਇਹ ਇੱਕ ਹੀ ਆ ਜੋ ਪਰਮੇਸ਼ਰ ਓੰਕਾਰ ਸਰੂਪ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਹੈ, ਪਾਲਣਾ ਕਰਨ ਵਾਲਾ ਵੀ ਹੈ, ਤੇ ਸੰਘਾਰ ਕਰਨ ਵਾਲਾ, ਖਤਮ ਕਰਨ ਵਾਲਾ ਵੀ ਹੈ। ਉਹ ਇੱਕੋ ਹੀ ਹੈ, ਸਭ ਤੋਂ ਉੱਪਰ। ਉਹ ਫਿਰ ਕੈਸਾ ਹੈ? ਉਹਦਾ ਨਾਮ ਕੈਸਾ? ਮਹਾਰਾਜ ਕਹਿੰਦੇ ਸਤ ਨਾਮ। ਉਹਦਾ ਨਾਮ ਸੱਤਾ, ਸਤ ਹੈ, ਸੱਚਾ ਹੈ ਉਸਦਾ ਨਾਮ। ਸਤ ਕਹੀਏ ਵੀ ਸਦਾ ਰਹਿਣ ਵਾਲਾ। ਸਤ ਉਸ ਨੂੰ ਕਿਹਾ ਜਾਂਦਾ ਜਿਹੜਾ ਸਦਾ ਰਹਿਣ ਵਾਲਾ। ਹੋਰ ਕੁਝ ਵੀ ਸਤ ਨਹੀਂ ਹੈ, ਹੋਰ ਕੁਝ ਵੀ ਸਦੀਵੀ ਨਹੀਂ ਹੈ। ਮਹਾਰਾਜ ਨੇ ਕਹਿ ਦਿੱਤਾ, ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ। ਬਾਕੀ ਕਹਿੰਦੇ ਸਾਰਾ ਕੁਝ ਕੂੜ ਹੈ, ਝੂਠ ਹੈ, ਨਾਸਵਾਨ ਹੈ। ਪਰ ਸਤ ਉਹ ਹੈ, ਸਦੀਵੀ ਉਹ ਹੈ। ਬਾਕੀ ਹੋਰ ਕਿਸੇ ਦਾ ਨਾਮ ਸੱਚਾ ਨਹੀਂ ਹੈ। ਜਦੋਂ ਸਰੀਰ ਹੀ ਨਹੀਂ ਸੱਚਾ ਹੈ ਤੇ ਨਾਮ ਸੱਚਾ ਕਿਵੇਂ ਹੋ ਸਕਦਾ? ਸੱਚਾ ਨਾਮ, ਸੱਚਾ ਨਾਮਨਾ, ਸੱਚੀ ਸੋਭਾ ਉਹ ਪ੍ਰਭੂ ਦੀ ਹੈ, ਸੱਚਾ ਨਾਮਨਾ ਉਸਦਾ ਹੈ। ਬਾਕੀ ਸਭ ਕੁਝ ਤਾਂ ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ ਕੂੜ ਰੂਪਾ, ਕੂੜ ਰੂਪ ਅਪਾਰ, ਕੂੜ ਕਾਇਆ ਕੂੜ ਕੱਪੜ, ਕੂੜ ਪਹਿਨਣ ਹਾਰ। ਗਰੀਬ ਨਵਾਜ ਸਾਹਿਬ ਕਹਿੰਦੇ ਬਾਕੀ ਤੇ ਸਭ ਕੁਝ ਕੂੜ ਹੀ ਕੂੜ ਹੈ। ਅਖੀਰ ਤੇ ਜਾ ਕੇ ਕਹਿ ਦਿੱਤਾ, ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ। ਤੇਰੇ ਤੋਂ ਬਿਨਾ ਸਭ ਕੂੜ ਹੀ ਕੂੜ ਹੈ, ਤੂੰ ਸੱਚਾ ਹੈ। ਉਹ ਸਭ ਤੋਂ ਉੱਪਰ ਹੈ, ਜਿਸ ਨੂੰ ਮਹਾਰਾਜ ਨੇ ਆਖਿਆ ਇੱਕ ਓੰਕਾਰ, ਜਿਸ ਦਾ ਨਾਮ ਹੈ ਸਤਿਨਾਮ, ਸੱਚਾ ਨਾਮ। ਫਿਰ ਉਹ ਪਰਮੇਸ਼ਰ ਕਰਤਾ ਹੈ, ਬਾਕੀ ਸਾਰੀ ਸ੍ਰਿਸ਼ਟੀ ਉਹਦੀ ਕਿਰਤ ਹੈ। ਕਰਤਾ ਪੁਰਖ, ਕਰਤਾ ਵੀ ਹੈ ਤੇ ਪੁਰਖ ਵਿਆਪਕ ਵੀ ਹੈ, ਵਿਆਪਕ ਵੀ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਹੈ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਆਪ ਬੈਠਾ ਹੋਇਆ ਹੈ, ਪੁਰਖ ਹੈ। ਪੂਰੀ ਪੂਰੀ ਬਸਤਾ ਸਾ ਪੁਰਖਾ।
फिर वो कैसा है जिहड़ा सब तो उपर वा। महाराज कहते निर्भय, ਉਹਨੂੰ डर किसी का नहीं। डर क्यों नहीं उसनूं भला? क्योंकि ਉਹਦੇ ਤੋਂ ਵੱਡਾ कोई है ही नहीं। ਵੱਡੇ ਦਾ डर ਹੁੰਦਾ ना, हर एक ਨੂੰ ਆਪਣੇ ਤੋਂ ਵੱਡੇ ਦਾ डर आ ना, ਤੇ हर कोई ਆਪਣੇ ਤੋਂ ਛੋਟੇ ਉੱਤੇ ਦਬਦਬਾ ਪਾਉਂਦਾ। ਕਿਸੇ ਵੀ ਮਹਿਕਮੇ ਦੇ ਵਿੱਚ, ਕਿਸੇ ਵੀ ਥਾਂ ਤੇ ਵੱਡੇ ਦਾ ਡਰ ਵਾ ਛੋਟੇ, ਪਰ ਉਹਦੇ ਉੱਤੋਂ ਉਹਦੇ ਤੋਂ ਵੱਡਾ ਕੋਈ ਹੈ ਹੀ ਨਹੀਂ, ਉਹ ਸਭ ਤੋਂ ਵੱਡਾ ਹੈ। ਇਸ ਕਰਕੇ ਉਹ ਨਿਰਭਉ ਹੈ, ਉਹਨੂੰ ਡਰ ਕਿਸੇ ਦਾ ਨਹੀਂ, ਤੇ ਉਹ ਡਰਾਉਂਦਾ ਵੀ ਨਹੀਂ ਕਿਸੇ ਨੂੰ। ਮਹਾਰਾਜ ਨੇ ਆਖਿਆ ਜਿੱਥੇ ਉਹ ਡਰ ਤੋਂ ਰਹਿ ਤਾਂ ਉਹਨੂੰ ਡਰ ਨਹੀਂ ਕਿਸੇ ਦਾ ਨਾ, ਉਹ ਕਿਸੇ ਨਾਲ ਵੈਰ ਵੀ ਨਹੀਂ ਕਰਦਾ। ਨਿਰਭਉ ਨਿਰਵੈਰ, ਵੈਰ ਤੋਂ ਵੀ ਰਹਿਤ ਹੈ। ਵੈਰ ਕਿਉਂ ਨਹੀਂ ਕਿਸੇ ਨਾਲ ਕਰਦਾ? ਕਿਉਂਕਿ ਸਾਰਿਆਂ ਦੇ ਵਿੱਚ ਤੇ ਆਪ ਬੈਠਾ ਹੋਇਆ। ਉਹ ਪਰਮਾਤਮਾ ਉਹ ਸਾਰਿਆਂ ਦੇ ਅੰਦਰ ਉਸੇ ਦੀ ਤਾਂ ਆਤਮਾ ਹੈ, ਉਹ ਆਤਮਾ ਰੂਪ ਵਿੱਚ ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ। ਨਿਰਭਉ ਨਿਰਵੈਰ। ਫਿਰ ਮਹਾਰਾਜ ਕਹਿੰਦੇ ਉਹ ਅਕਾਲ ਮੂਰਤ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਥੇ ਫਰਮਾ ਰਹੇ, ਜਦੋਂ ਗੁਰੂ ਕੇ ਸ਼ਬਦ ਦੀ ਵਿਚਾਰ ਕਰਦਾ ਨਾ, ਫਿਰ ਉੱਚੇ ਨੂੰ ਵੇਖਦਾ, ਉੱਪਰ, ਕਿ ਸਭ ਤੋਂ ਉੱਪਰ ਉਹ ਪਰਮੇਸ਼ਰ ਹੈ, ਸਭ ਤੋਂ ਉੱਚਾ। ਉਹ ਆਪ ਉੱਚਾ ਹੈ, ਉਹਦਾ ਨਾਮ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ। ਅਕਾਲ ਮੂਰਤ ਹੈ। ਮੂਰਤ ਨਾਮ ਹੈ ਸਰੂਪ ਦਾ, ਮੂਰਤ ਨਾਮ ਹੈ ਹਸਤੀ ਦਾ। ਅਕਾਲ ਮੂਰਤ ਤੇ ਅਕਾਲ ਨਾਮ ਹੈ ਕਾਲ ਤੋਂ ਰਹਿਤ ਦਾ। ਉਹ ਕਾਲ ਤੋਂ ਰਹਿਤ ਮੂਰਤ ਸਰੂਪ ਹੈ। ਤੇ ਕਾਲ ਨਾਮ ਹੈ ਸਮੇਂ ਦਾ, ਤੇ ਕਾਲ ਨਾਮ ਹੈ ਮੌਤ ਦਾ। ਸਮੇਂ ਦੇ ਅੰਤਰਗਤ ਸਭ ਕੁਝ, ਸਮੇਂ ਨਾਲ ਪੈਦਾ ਹੁੰਦਾ ਹੈ ਜੀ, ਸਮੇਂ ਵਿੱਚ ਰਹਿੰਦਾ, ਸਮੇਂ ਵਿੱਚ ਖਤਮ ਹੋ ਜਾਂਦਾ, ਪਰ ਉਹ ਪਰਮੇਸ਼ਰ ਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਉਹ ਸਮੇਂ ਦੇ ਅਧੀਨ ਨਹੀਂ, ਸਮਾਂ ਉਹਦੇ ਅਧੀਨ ਹੈ। ਉਹ ਮੌਤ ਦੇ ਅਧੀਨ ਨਹੀਂ, ਮੌਤ ਉਹਦੇ ਅਧੀਨ ਹੈ। ਉਹ ਕਾਲ ਦੇ ਅਧੀਨ ਨਹੀਂ, ਕਾਲ ਉਹਦੇ ਅਧੀਨ ਹੈ। ਕਿਉਂਕਿ ਉਹਦੇ ਤੇ ਉੱਪਰ ਕੋਈ ਵੀ ਨਹੀਂ। ਇਸ ਕਰਕੇ ਸਮੇਂ ਤੋਂ ਪਰੇ, ਮੌਤ ਤੋਂ ਪਰੇ, ਤਾਂ ਮਹਾਰਾਜ ਨੇ ਕਹਿ ਦਿੱਤਾ ਅਕਾਲ ਮੂਰਤ। ਉਹ ਮੌਤ ਤੋਂ ਰਹਿਤ, ਸਮੇਂ ਤੋਂ ਰਹਿਤ ਹਸਤੀ ਹੈ। ਫਿਰ ਉਹ ਸਾਰਿਆਂ ਤੋਂ ਉੱਚਾ ਕੈਸਾ ਹੈ? ਮਹਾਰਾਜ ਕਹਿੰਦੇ ਅਜੂਨੀ। ਉਹ ਜੂਨੀਆਂ ਤੋਂ ਰਹਿਤ ਹੈ, ਜੂਨੀਆਂ ਵਿੱਚ ਨਹੀਂ ਆਉਂਦਾ। ਜੂਨੀਆਂ ਉਹਨੇ ਪੈਦਾ ਕੀਤੀਆਂ, 84 ਲੱਖ ਜੂਨੀਆਂ। ਸਾਰਿਆਂ ਨੂੰ ਜੂਨੀਆਂ ਵਿੱਚ ਉਹ ਲਿਆਉਣ ਵਾਲਾ ਹੈ, ਪਰ ਆਪ ਉਹ ਜੂਨੀਆਂ ਤੋਂ ਰਹਿਤ ਹੈ। ਆਪ ਉਹ ਮਾਤਾ ਪਿਤਾ ਤੋਂ ਵੀ ਰਹਿਤ ਹੈ। ਮਾਤਾ ਪਿਤਾ ਦੇ ਰਾਹੀਂ ਜਨਮ ਹੁੰਦਾ ਹੈ, ਪਰ ਉਹ ਜਨਮ ਤੋਂ ਵੀ ਰਹਿਤ ਹੈ। ਨਾ ਤਿਸ ਬਾਪ ਨਾ ਮਾਏ ਕਿਣ ਤੂੰ ਜਾਇਆ, ਨਾ ਤਤ ਹੈ ਨਾ ਮਾਤਾ ਹੈ, ਨਾ ਜਾਤ ਹੈ ਨਾ ਪਾਤ ਹੈ। ਇਹ ਪ੍ਰਭੂ ਨਾ ਕੋਈ ਤੇਰਾ ਪਿਤਾ ਹੈ, ਨਾ ਮਾਤਾ ਹੈ, ਨਾ ਤੇਰੀ ਕੋਈ ਜਾਤ ਹੈ, ਤੇ ਨਾ ਤੇਰੀ ਕੋਈ ਗੋਤ ਹੈ, ਤੇ ਨਾ ਤੂੰ ਜੰਮਦਾ ਹੈ, ਤੇ ਨਾ ਤੇਰਾ ਪਤਨ ਹੁੰਦਾ ਹੈ। ਐਸਾ ਪਰਮੇਸ਼ਰ ਹੈ ਅਜੂਨੀ ਸਹਿਭੰ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਤੇ ਮਹਾਰਾਜ ਕਹਿੰਦੇ ਉਹ ਗੁਰ ਸਭ ਤੋਂ ਵੱਡਾ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਗੁਰੂ ਰੂਪ ਹੋ ਕਰਕੇ ਪ੍ਰਸਾਦ ਜੀ ਦੇ ਤੇ ਕਿਰਪਾ ਕਰਦਾ ਹੈ, ਉਹਨੂੰ ਸਮਝ ਪੈਂਦੀ ਹੈ। ਉਹ ਸ਼ਬਦ ਦੀ ਜਦੋਂ ਵਿਚਾਰ ਕਰਦਾ, ਫਿਰ ਉੱਚੇ ਨੂੰ ਵੇਖਦਾ ਕਿ ਉਹ ਪ੍ਰਭੂ ਸਾਰਿਆਂ ਤੋਂ ਉੱਚਾ ਹੈ। ਮਹਾਰਾਜ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਗੁਰੂ ਦੱਸਦੇ ਆ ਵੀ ਜਪ, ਜਪਣਾ ਕਰ ਉਸ ਪਰਮੇਸ਼ਰ ਨੂੰ। ਕਿਹਨੂੰ ਜਪਣਾ ਕਰ? ਉੱਪਰ ਆਦਿ ਅੰਤ ਤਿਹੁ ਲੋਏ। ਜਿਹੜਾ ਸਾਰਿਆਂ ਤੋਂ ਉੱਪਰ ਹੈ, ਜਿਹੜਾ ਆਦ ਵਿੱਚ ਵੀ ਹੈ ਤੇ ਅੰਤ ਵਿੱਚ ਵੀ ਹੈ, ਉਸ ਨੂੰ ਜਪ। ਆਦ ਸੱਚ, ਜਿਹੜਾ ਸਾਰਿਆਂ ਦੇ ਆਦ ਵਿੱਚ ਹੈ, ਸ੍ਰਿਸ਼ਟੀ ਦੇ ਆਦ ਵਿੱਚ ਵੀ ਸੱਚਾ ਹੈ। ਸ੍ਰਿਸ਼ਟੀ ਪੈਦਾ ਕੀਤੀ, ਯੁੱਗ ਪੈਦਾ ਕਰ ਦਿੱਤੇ, ਸਦੀਆਂ ਪੈਦਾ ਕਰ ਦਿੱਤੀਆਂ, ਸਾਲ ਪੈਦਾ ਕਰ ਦਿੱਤੇ, ਮਹੀਨੇ ਬਣਾ ਦਿੱਤੇ, ਤਿੱਥਾਂ ਬਣਾ ਦਿੱਤੀਆਂ, ਵਾਰ ਬਣਾ ਦਿੱਤੇ, ਦਿਨ ਰਾਤ ਬਣਾ ਦਿੱਤੇ। ਇਹ ਸਾਰੀ ਰਚਨਾ ਦੇ ਵਿੱਚ ਯੁੱਗਾਂ ਵਿੱਚ ਵੀ ਉਹ ਯੁਗਾਦ ਸੱਚ, ਯੁੱਗਾਂ ਦੇ ਵਿੱਚ ਵੀ ਉਹ ਸੱਚਾ ਹੈ। ਉੱਪਰ ਆਦਿ ਅੰਤ ਤਿਹੁ ਲੋਏ। ਵਰਤਮਾਨ ਸਮੇਂ ਵਿੱਚ ਵੀ ਹੈ ਵੀ ਸੱਚ, ਹੁਣ ਵੀ ਸੱਚਾ ਹੈ। ਨਾਨਕ
ਹੋਸੀ ਭੀ ਸੱਚ। ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ 'ਚ ਵੀ ਉਹਨੇ ਹੀ ਸੱਚਾ ਹੋਣਾ। ਸੱਚ ਪਰਮੇਸ਼ਰ ਨਿਤ ਨਵਾਂ। ਜੋ ਸੱਚਾ ਹੈ ਪਰਮੇਸ਼ਰ ਨਿਤਾ ਪ੍ਰਤੀ ਨਵਾਂ ਹੈ ਪ੍ਰਭੂ। ਫਿਰ ਉਹਦੀ ਸਮਝ ਪੈਂਦੀ ਹੈ ਗੁਰਸਿੱਖ ਨੂੰ, ਜਗਿਆਸੂ ਨੂੰ, ਗੁਰੂ ਕੇ ਸ਼ਬਦ ਦੇ ਰਾਹੀਂ ਉਹ ਪ੍ਰਭੂ ਦੀ ਸਮਝ ਪੈਂਦੀ। ਉਸ ਦੀ ਇਹ ਸਮਝ ਦੇ ਵਿੱਚ ਗੁਰੂ ਕੀ ਕਿਰਪਾ ਦੇ ਨਾਲ ਉਹਦੀ ਦ੍ਰਿਸ਼ਟੀ ਦੇ ਵਿੱਚ ਵਾਹਿਗੁਰੂ ਜੀ ਆਉਂਦੇ ਆ ਤੇ ਇਹ ਸਮਝ ਪੈਂਦੀ ਆ ਵੀ ਉੱਪਰ ਉਹ ਸਾਰਿਆਂ ਤੋਂ ਉੱਪਰ ਹੈ। ਆਦ ਸ੍ਰਿਸ਼ਟੀ ਦੇ ਰਚਨਾ ਤੋਂ ਪਹਿਲਾਂ ਮੁੱਢ ਵਿੱਚ ਵੀ ਉਹ ਪਰਮੇਸ਼ਰ ਹੈ। ਅੰਤ ਸ੍ਰਿਸ਼ਟੀ ਦਾ ਖਾਤਮਾ ਜਦੋਂ ਕਰ ਦਿੰਦੇ, ਅੰਤ ਕਰ ਦਿੰਦੇ ਆ ਨਾ, ਉਸ ਵੇਲੇ ਵੀ ਉਹ ਸੱਚਾ ਹੈ। ਤੇਹੋ ਲੋਏ, ਤੇਹੋ ਨਾਮ ਹੈ ਤਿੰਨਾਂ ਦਾ। ਲੋਏ ਨਾਮ ਹੈ ਲੋਕਾਂ ਦਾ। ਤਿੰਨਾਂ ਲੋਕਾਂ ਵਿੱਚ ਵੀ ਉਹ ਹੈ। ਮਾਤ ਲੋਕ ਵਿੱਚ, ਪਤਾਲ ਲੋਕ ਵਿੱਚ, ਆਕਾਸ਼ ਲੋਕ ਵਿੱਚ। ਤਿੰਨਾਂ ਲੋਕਾਂ ਨੂੰ ਵੀ ਉਹ ਲੋਏ ਪ੍ਰਕਾਸ਼ ਕਰਨ ਵਾਲਾ ਹੈ। ਸ੍ਰਿਸ਼ਟੀ ਦੇ ਆਦ ਅੰਤ ਵਿੱਚ ਵੀ ਹੈ। ਸਭ ਤੋਂ ਉੱਪਰ ਉਹੀ ਹੈ। ਉਹਦਾ ਆਪਣਾ ਤੇ ਨਾ ਆਦ ਹੈ ਤੇ ਨਾ ਅੰਤ ਹੈ। ਕਿਉਂਕਿ ਜਿਹਦਾ ਆਦ ਹੁੰਦਾ ਉਹਦਾ ਅੰਤ ਹੁੰਦਾ ਹੈ। ਪਰਮੇਸ਼ਰ ਦਾ ਆਦ ਵੀ ਨਹੀਂ ਤੇ ਉਹਦਾ ਅੰਤ ਵੀ ਨਹੀਂ। ਉਹ ਸਦਾ ਸਦਾ ਹੀ ਹੈ। ਹੁਣ ਸਦਾ ਜਿਹੜਾ ਪਤਾ ਨਹੀਂ ਉਹ ਕਿਦੋਂ ਕਦਾ ਹੈ। ਮਹਾਰਾਜ ਨੇ ਬਾਣੀ ਚ ਆਖਿਆ ਕੋਈ ਕਹਿ ਹੀ ਨਹੀਂ ਸਕਦਾ ਤੂੰ ਕਦ ਕਾ, ਕਿ ਉਹ ਪ੍ਰਭੂ ਕਦੋਂ ਕਦਾ ਹੈ। ਇਸ ਕਰਕੇ ਉਸ ਨੂੰ ਆਖਿਆ ਤੂੰ ਸਦਾ ਸਲਾਮਤ ਨਿਰੰਕਾਰ। ਇਹ ਨਿਰੰਕਾਰ ਤੂੰ ਸਦਾ ਹੀ ਸਲਾਮਤ ਹੈ। ਪਰ ਜਿਹੜਾ ਸਦਾ ਹੈ ਨਾ, ਸਦਾ ਦਾ ਕੋਈ ਸਿਖਰ ਨਹੀਂ ਹੈ, ਨਾ ਇਹਦਾ ਮੁੱਢ ਹੈ ਨਾ ਅੰਤ ਹੈ। ਸ੍ਰਿਸ਼ਟੀ ਦਾ ਆਦ ਅੰਤ ਹੈ, ਪਰ ਸ੍ਰਿਸ਼ਟੀ ਦਾ ਵੀ ਆਦ ਅੰਤ ਕੋਈ ਦੂਜਾ ਨਹੀਂ ਜਾਣਦਾ। ਸ੍ਰਿਸ਼ਟੀ ਨੂੰ ਸਿਰਜਣ ਵਾਲਾ ਆਪ ਜਾਣਦਾ। ਉਹ ਜਾਣਦਾ ਉਹਨੇ ਕਦੋਂ ਕਦੀ ਇਹ ਰਚਨਾ ਰਚੀ ਆ ਤੇ ਕਦੋਂ ਇਹਦਾ ਅੰਤ ਕਰਨਾ, ਉਹਨੂੰ ਪਤਾ ਵਾ, ਦੂਜੇ ਨੂੰ ਨਹੀਂ ਪਤਾ। ਕਿਉਂਕਿ ਦੂਜਾ ਕੋਈ ਹੈ ਹੀ ਨਹੀਂ ਏਡਾ ਵੱਡਾ। ਉਹਦੀ ਸ੍ਰਿਸ਼ਟੀ ਵਿੱਚ ਪੈਦਾ ਹੁੰਦਾ ਵਾ ਜੀਵ, ਜਿੰਨੇ ਉਹ ਸਵਾਸ ਦਿੰਦਾ, ਜਿੰਨੀ ਉਮਰ ਦਿੰਦਾ, ਉਨੀ ਭੋਗ ਕੇ ਸਮਾਪਤ ਹੋ ਜਾਂਦਾ। ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਹੋਵੇ ਤੇ ਜਦੋਂ ਸ੍ਰਿਸ਼ਟੀ ਖਤਮ ਕਰਦਾ ਉਦੋਂ ਬਾਅਦ ਵੀ ਕੋਈ ਹੋਵੇ ਤੇ ਤਾਂ ਹੀ ਜਾਣੇ ਨਾ ਵੀ ਸ੍ਰਿਸ਼ਟੀ ਕਦੋਂ ਪੈਦਾ ਹੋਈ ਤੇ ਕਦੋਂ ਖਤਮ ਹੋਈ। ਇੰਨੀ ਕਿਸੇ ਦੀ ਉਮਰ ਹੋਵੇ ਤੇ ਤਾਂ। ਇਸ ਕਰਕੇ ਮਹਾਰਾਜ ਨੇ ਆਖਿਆ ਜਿਹੜਾ ਸ੍ਰਿਸ਼ਟੀ ਨੂੰ ਪੈਦਾ ਕਰਦਾ, ਸ੍ਰਿਸ਼ਟੀ ਦੇ ਆਦ ਨੂੰ ਵੀ ਉਹ ਜਾਣਦਾ, ਸ੍ਰਿਸ਼ਟੀ ਦੇ ਅੰਤ ਨੂੰ ਵੀ ਉਹੀ ਜਾਣਦਾ। ਦੂਜੇ ਤੇ ਐਵੇਂ ਗੱਲੀ ਬਾਤੀਆਂ ਕਈ ਕਹਿ ਦਿੰਦੇ ਨੇ। ਜਪਜੀ ਸਾਹਿਬ ਚ ਮਹਾਰਾਜ ਨੇ ਆਖਿਆ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। ਜਿਹੜਾ ਕਰਤਾ ਹੈ ਨਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਉਹੀ ਸਾਜਦਾ ਹੈ ਤੇ ਉਹੀ ਜਾਣਦਾ ਹੈ ਕਿ ਕਦੋਂ ਉਹਨੇ ਸਾਜੀ ਹੈ ਤੇ ਕਦੋਂ ਉਹਨੇ ਖਤਮ ਕਰਨੀ ਹੈ। ਇਸ ਗੱਲ ਨੂੰ ਉਹ ਆਪ ਹੀ ਜਾਣਦਾ, ਦੂਜਾ ਨਹੀਂ ਜਾਣ ਸਕਦਾ। ਖਿੱਤ ਵਾਰ ਨਾ ਜੋਗੀ ਜਾਣੈ ਰੁੱਤ ਮਾਵੋ ਨਾ ਕੋਈ। ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। ਮਹਾਰਾਜ ਨੇ ਆਖਿਆ ਜੇ ਪਤਾ ਹੁੰਦਾ ਤੇ ਲਿਖ ਦਿੰਦੇ। ਵਕਤ ਨਾ ਪਾਇਓ ਕਾਦੀਆ, ਨਹੀਂ ਪਤਾ ਲੱਗਾ ਕਿਸੇ ਨੂੰ, ਨਾ ਜੋਗੀਆਂ ਨੂੰ ਨਾ ਕਾਦੀਆਂ। ਇਸ ਕਰਕੇ ਸ੍ਰਿਸ਼ਟੀ ਦਾ ਆਦ ਵੀ ਹੈ, ਸ੍ਰਿਸ਼ਟੀ ਦਾ ਅੰਤ ਵੀ ਹੈ, ਪਰ ਸ੍ਰਿਸ਼ਟੀ ਦੇ ਆਦ ਅੰਤ ਨੂੰ ਵੀ ਉਹ ਆਪ ਹੀ ਜਾਣਦਾ ਹੈ ਤੇ ਉਹਦਾ ਆਪਣਾ ਨਾ ਆਦ ਹੈ ਨਾ ਅੰਤ ਹੈ। ਜਦੋਂ ਆਦ ਅੰਤ ਦੀ ਗੱਲ ਆਉਂਦੀ ਹੈ ਨਾ, ਜਾਂ ਆਦ ਮੱਧ ਅੰਤ ਦੀ ਗੱਲ ਆਉਂਦੀ ਹੈ, ਉਹ ਸ੍ਰਿਸ਼ਟੀ ਦੇ ਆਦ ਮੱਧ ਅੰਤ ਦੀ ਗੱਲ ਆਉਂਦੀ। ਪਰਮੇਸ਼ਰ ਦਾ ਆਦ ਮੱਧ ਅੰਤ ਥੋੜਾ ਹੈ ਕੋਈ। ਉਹ ਤਾਂ ਸ੍ਰਿਸ਼ਟੀ ਦੇ ਆਦ ਮੱਧ ਅੰਤ ਦਾ ਜ਼ਿਕਰ ਆਉਂਦਾ ਹੈ। ਉਹਦੀ ਰਚਨਾ ਉਹਦੇ ਹੁਕਮ ਦੇ ਵਿੱਚ ਬਣੀ ਹੈ ਤੇ ਇਹਦੇ ਆਦ ਵਿੱਚ ਵੀ ਉਹ ਪੂਰਨ ਹੈ, ਮੱਧ ਕਾਲ ਵਿੱਚ ਵੀ ਪੂਰਨ ਹੈ, ਅੰਤ ਸਮੇਂ ਵੀ ਪੂਰਨ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਆਹੋ ਹਮਾਰਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਸਾਡਾ ਸਤਿਗੁਰੂ ਆ, ਜਿਹੜਾ ਸ੍ਰਿਸ਼ਟੀ ਦੇ ਆਦ ਵਿੱਚ ਤੇ ਅੰਤ ਵਿੱਚ ਇੱਕੋ ਇੱਕ ਹੀ ਹੈ। ਸਿੱਧਾਂ ਨੇ ਇੱਕ ਵਾਰੀ ਪੁੱਛਿਆ ਸੀ
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿ ਤੁਹਾਡਾ ਗੁਰੂ ਕੌਣ ਹੈ, ਤੁਸੀਂ ਕਿਸ ਦੇ ਚੇਲੇ ਹੋ? ਤੇ ਮਹਾਰਾਜ ਨੇ ਆਖਿਆ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇੱਥੇ ਸ਼ਬਦ ਨਾਮ ਅਕਾਲ ਪੁਰਖ ਵਾਹਿਗੁਰੂ ਦਾ ਹੈ, ਉਹ ਪਰਮੇਸ਼ਰ ਹੀ ਸਾਡਾ ਗੁਰੂ ਹੈ, ਉਹੀ ਸ਼ਬਦ ਰੂਪ ਹੈ, ਉਹੀ ਬਾਣੀ ਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬਾਣੀ ਤੇ ਨਿਰੰਕਾਰ ਦੋ ਨਹੀਂ, ਜੋ ਨਿਰੰਕਾਰ ਹੈ ਉਹੀ ਬਾਣੀ ਹੈ, ਜੋ ਬਾਣੀ ਉਹੀ ਨਿਰੰਕਾਰ ਹੈ। ਬਾਣੀ ਤੇ ਗੁਰੂ ਦੋ ਨਹੀਂ। ਮਹਾਰਾਜ ਸਾਹਿਬ ਨੇ ਆਖਿਆ ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਮਹਾਰਾਜ ਨੇ ਆਖਿਆ ਸਿੱਧੋ ਸਾਡਾ ਗੁਰੂ ਹੈ ਤਤ ਨਿਰੰਜਨ ਜੋਤ ਸਬਾਈ, ਸੋ ਹਮ ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਜੋ ਅਪਰੰਪਰ ਹੈ, ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜੋ ਪਾਰ ਬ੍ਰਹਮ ਹੈ, ਜੋ ਪਰਮੇਸ਼ਰ ਹੈ, ਨਾਨਕ ਗੁਰ ਮਿਲਿਆ ਸੋਈ ਜੀਓ, ਉਹ ਸਾਨੂੰ ਗੁਰੂ ਮਿਲਿਆ। ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਗੁਰੂ ਹੈ, ਉਹ ਸਭ ਤੋਂ ਉੱਪਰ ਹੈ ਤੇ ਉਹ ਆਦਿ ਵਿੱਚ ਵੀ ਹੈ, ਅੰਤ ਵਿੱਚ ਵੀ ਹੈ ਤੇ ਤਿੰਨਾਂ ਲੋਕਾਂ ਨੂੰ ਪ੍ਰਕਾਸ਼ਣ ਵਾਲਾ ਹੈ। ਆਪੇ ਕਰੈ ਕਥੈ ਸੁਣੈ ਸੋਏ। ਮਹਾਰਾਜ ਕਹਿੰਦੇ ਜਗਿਆਸੂ ਨੂੰ, ਜੀਵ ਨੂੰ ਇਹ ਸੋਝੀ ਉਦੋਂ ਪੈਂਦੀ ਹੈ ਜਦੋਂ ਗੁਰੂ ਸਾਹਿਬ ਜੀ ਜੀਵ ਦੇ ਅੰਦਰ ਆਪਣੇ ਗਿਆਨ ਦਾ, ਨਾਮ ਦਾ ਪ੍ਰਕਾਸ਼ ਕਰਦੇ। ਫਿਰ ਇਹ ਜਗਿਆਸੂ ਸਮਝਦਾ ਵੀ ਆਪੇ ਕਰੈ, ਉਹ ਪਰਮੇਸ਼ਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਰਿਹਾ, ਆਪ ਹੀ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰ ਰਿਹਾ, ਆਪ ਹੀ ਸਾਰੀ ਸ੍ਰਿਸ਼ਟੀ ਦਾ ਖਾਤਮਾ ਕਰ ਰਿਹਾ, ਆਪ ਹੀ ਉਹ ਸਾਰਾ ਕੁਝ ਹੀ ਕਰ ਰਿਹਾ। ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਨਾ। ਕਿੱਡਾ ਵੱਡਾ ਉਹਦਾ ਹੁਕਮ ਹੈ, ਜਿਸ ਹੁਕਮ ਦੇ ਨਾਲ ਕਿੱਡੀ ਵੱਡੀ ਸ੍ਰਿਸ਼ਟੀ ਪੈਦਾ ਹੋਈ ਹੈ। ਉਹਦੇ ਵਾਸਤੇ ਕੁਝ ਵੀ ਔਖਾ ਨਹੀਂ ਹੈ, ਪਰ ਸਾਡੇ ਇਨਸਾਨਾਂ ਵਾਸਤੇ ਤਾਂ ਇਹ ਰਚਨਾ ਕਿੱਡੀ ਵੱਡੀ ਹੈ ਨਾ। ਉਹਦੇ ਵਾਸਤੇ ਨਹੀਂ ਵੱਡੀ ਹੈ, ਸਾਡੇ ਵਾਸਤੇ ਵੱਡੀ ਹੈ। ਉਹਦੇ ਤਾਂ ਇੱਕ ਇੱਕ ਕਰੋੜ ਵਿੱਚ ਕਰੋੜਾਂ ਬ੍ਰਹਿਮੰਡ ਉਹਨੇ ਰੱਖੇ ਹੋਏ ਹੈ। ਕੋਟ ਬ੍ਰਹਿਮੰਡ ਕੋ ਠਾकुर स्वामी आओ, कोट ब्रह्मांड को ठाकुर स्वामी सर्व जिया का दाता रे, प्रत पालै नित सार समालै, एक गुण नहीं मूर्ख जाता रे। आप उन्हें पैदा की है सारी सृष्टि, देखो करोड़ां खंड ब्रह्मांड पैदा किए ते एक फुरने नाल ही पैदा कर दे, ते एक बोल नाल ही पैदा कर दे, ते एक कवावै ते सब होआ, कीता पसाओ एको कवाओ, तिसते होए लख दरियाओ। एक बचन दे नाल ही लखां दरिया, लखां पताल आकाश, कोई संख्या ही नहीं, असंख्य तरह की रचना रच दी। हरन भरन जाका नेत्र फोर, तिसका मंत्र ना जानै होर। ओंकार उत्पत्ति किया जिन सब राति, ओंकार ब्रह्मा उत्पत्त, ओंकार किया जिन चित, ओंकार सैल युग भय, ओंकार वेद निर्मय। एक बचन दे नाल ही सारा कुछ रच दिता। किड्डा वड्डा है वो हुक्मी दा हुक्म। हुक्मी होवन आकार, हुक्म ना कहया जाए। हुक्म कथन ही नहीं किया जा सकता, हुक्म किया ही नहीं जा सकता किड्डा वड्डा। सारा वरतारा हुक्म च ही वरत रहा, हुक्म ना कहया जाए। हुक्मी होवन जी, हुक्म मिलाए वड्याई। हुक्मी उत्तम नीच, हुक्म लेख दुख सुख पाई है। हुक्म के अनुसार ही लेख पैंदे सारियां दे मत्थे दे उत्ते। हुक्म के अनुसार लिखे दे मुताबिक ही जीव दुख ते सुख पाउंदे। हुक्म लेख दुख सुख पाई है, एक ना हुक्मी बख्शीस। एक हुक्मी सदा पवाई है।
ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਮਾਰੇ ਕਹਿੰਦੇ ਸਭ ਕੁਝ ਹੀ ਹੁਕਮ ਦੇ ਅੰਦਰ ਆ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਨਾਨਕ ਹੁਕਮ ਹੈ ਜੇ ਬੁੱਝੈ, ਜੇ ਕੋਈ ਗੁਰੂ ਕੀ ਸ਼ਰਨ ਵਿੱਚ ਪੈ ਕੇ ਹੁਕਮ ਨੂੰ ਸਮਝ ਲਵੇ, ਹੁਕਮ ਨੂੰ ਬੁੱਝ ਲਵੇ। ਹੁਕਮ ਬੁੱਝਿਆ ਗੁਰੂ ਕੇ ਚਰਨਾਂ ਵਿੱਚ ਆ ਕੇ ਜਾਂਦਾ ਹੈ। ਨਾਨਕ ਹੁਕਮ ਹੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਏ। ਫਿਰ ਕੋਈ ਹਉਮੈ ਦੇ ਵਾਕ ਨਹੀਂ ਕਹੇਗਾ, ਫਿਰ ਆਪਣਤ ਨਹੀਂ ਜਣਾਵੇਗਾ, ਫਿਰ ਹਉਮੈ ਦੇ ਬੋਲ ਨਹੀਂ ਕਹਿ ਸਕਦਾ ਜਦੋਂ ਹੁਕਮ ਦੀ ਸਮਝ ਪੈ ਗਈ। ਮਹਾਰਾਜ ਕਹਿੰਦੇ ਇਹ ਗੁਰੂ ਸਾਹਿਬ ਜੀ ਦੀ ਜਿਸ ਵੇਲੇ ਕਿਰਪਾ ਹੁੰਦੀ ਹੈ, ਫਿਰ ਇਹ ਸਮਝ ਪੈਂਦੀ ਆ ਆਪੇ ਕਰੈ। ਉਹ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰ ਰਿਹਾ ਹੈ, ਆਪ ਹੀ ਪਾਲਣਾ ਕਰ ਰਿਹਾ ਹੈ, ਆਪ ਹੀ ਖਾਤਮਾ ਕਰ ਰਿਹਾ ਹੈ, ਆਪ ਹੀ ਸਭ ਕੁਝ ਕਰ ਰਿਹਾ ਹੈ। ਆਪੇ ਕਰੈ ਕਥੈ ਸੁਣੈ ਸੋਏ। ਤੇ ਕਥਾ ਆਪਣੇ ਸਰੂਪ ਦਾ ਕਥਨ ਵੀ ਆਪ ਹੀ ਕਰ ਰਿਹਾ ਹੈ ਗੁਰੂ ਰੂਪ ਹੋ ਕੇ, ਨਿਰਗੁਣ ਤੋਂ ਸਰਗੁਣ ਹੋ ਕੇ ਆਪਣੇ ਆਪ ਦੀ ਸਮਝ ਵੀ ਆਪ ਹੀ ਦੇ ਰਿਹਾ ਹੈ ਸੰਸਾਰ ਨੂੰ, ਦੂਜਾ ਨਹੀਂ ਦੇ ਸਕਦਾ। ਆਪ ਹੀ ਉਹ ਗੁਰੂ ਰੂਪ ਹੋ ਕਰਕੇ ਆਪਣੀ ਕਥਾ ਕਥ ਰਿਹਾ ਹੈ। ਸੁਣੈ ਸੋਏ ਤੇ ਜਗਿਆਸੂ ਰੂਪ ਹੋ ਕਰਕੇ ਸੁਣ ਵੀ ਆਪ ਹੀ ਰਿਹਾ। ਆਪ ਹੀ ਗੁਰੂ ਰੂਪ ਹੋ ਕਰਕੇ ਉਪਦੇਸ਼ ਦੇ ਰਿਹਾ, ਕਥਨ ਕਰ ਰਿਹਾ ਹੈ। ਆਪ ਹੀ ਸਿੱਖ ਰੂਪ ਹੋ ਕਰਕੇ ਉਹ ਸੁਣ ਵੀ ਰਿਹਾ ਹੈ, ਕਿਉਂਕਿ ਕਥਨ ਕਰਨ ਵਾਲਿਆਂ ਵਿੱਚ ਵੀ ਉਹ ਆਪ ਹੀ ਬੈਠਾ ਹੋਇਆ ਹੈ, ਉਹਦੀ ਜੋਤ ਹੀ ਹੈ। ਤੇ ਸੁਣਨ ਵਾਲਿਆਂ ਬਖਤਿਆਂ ਵਿੱਚ ਵੀ ਆਪ ਹੀ ਹੈ, ਤੇ ਸੁਣਨ ਵਾਲੇ ਸਰੋਤਿਆਂ ਵਿੱਚ ਵੀ ਆਪ ਹੀ ਹੈ। ਸਾਰੇ ਪਾਸੇ ਆਪ ਹੀ ਹੈ। ਵਾਹੋ ਵਾਹੋ ਕਾ ਵੱਡਾ ਤਮਾਸ਼ਾ, ਕਿੱਡਾ ਤਮਾਸ਼ਾ ਹੈ ਵਾਹਿਗੁਰੂ ਦਾ। ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪ੍ਰਗਾਸਾ। ਆਪੇ ਜਲ ਆਪੇ ਥਲ ਥੰਮਣ, ਆਪੇ ਕੀਆ ਘਟ ਘਟ ਬਾਸਾ। ਆਪੇ ਨਾਰੇ ਆਪੇ ਫੁਣ ਨਾਰੀ, ਆਪੇ ਸਾਰੇ ਆਪ ਹੀ ਪਾਸਾ। ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਮਾਰੇ ਕਹਿੰਦੇ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਰਿਹਾ ਹੈ, ਆਪ ਹੀ ਉਹ ਗੁਰੂ ਰੂਪ ਹੋ ਕੇ ਕਥਨ ਕਰ ਰਿਹਾ ਹੈ, ਆਪ ਹੀ ਚੇਲਾ ਰੂਪ ਹੋ ਕੇ ਸਰਵਣ ਕਰ ਰਿਹਾ ਹੈ। ਉਹ ਵਿਧਾਤਾ ਮਨ ਤਨ ਦੇ, ਉਹ ਵਿਧਾਤਾ, ਉਹ ਜਿਹੜਾ ਉੱਚਾ ਹੈ ਨਾ ਸਭ ਨਾਲੋਂ, ਵਿਧਾਤਾ ਅਕਾਲ ਪੁਰਖ ਵਾਹਿਗੁਰੂ। ਉਹ ਵਿਧਾਤਾ ਹੈ ਕਰਮਾਂ ਦੇ ਬਰਾਬਰ ਜੀਵਾਂ ਨੂੰ ਫਲ ਦੇਣ ਵਾਲਾ, ਕਰਮਾਂ ਬਰਾਬਰ ਫਲ ਦੇਣ ਵਾਲਾ ਵੀ ਹੈ ਉਹ, ਫਲ ਵਰਦਾਤਾ। ਤੇ ਉਸਨੇ ਸਾਰਿਆਂ ਨੂੰ ਮਨ ਤਨ ਦੇ, ਮਨ ਵੀ ਦਿੱਤਾ ਹੋਇਆ ਹੈ ਤੇ ਤਨ ਵੀ ਦਿੱਤਾ ਹੋਇਆ। ਉਹ ਮਨ ਵੀ ਦਿੰਦਾ ਹੈ ਤੇ ਤਨ ਵੀ ਦਿੰਦਾ, ਕਿਉਂਕਿ ਮਨ ਵੀ ਉਸੇ ਨੇ ਦਿੱਤਾ ਤੇ ਤਨ ਵੀ ਉਸੇ ਨੇ ਦਿੱਤਾ। ਤੇ ਮਨ ਤਨ ਦੇ, ਮਨ ਅਤੇ ਤਨ ਵਿੱਚ ਆਪਣੀ ਸੱਤਿਆ ਉਹਨੇ ਦਿੱਤੀ ਹੋਈ ਹੈ ਸਾਰਿਆਂ ਨੂੰ। ਜਿਹੜੀ ਤਨ ਵਿੱਚ ਸੱਤਾ ਹੈ, ਜਿਹਦੇ ਨਾਲ ਇਹ ਸਰੀਰ ਚੱਲ ਰਿਹਾ ਹੈ, ਤਨ ਚੱਲ ਰਿਹਾ ਹੈ, ਤੇ ਮਨ ਦੇ ਵਿੱਚ ਵੀ ਪਿੱਛੇ ਸੱਤਿਆ ਹੈ ਨਾ, ਮਨ ਫੁਰਨੇ ਉਠਾਉਂਦਾ ਹੈ। ਇਹ ਮਨ ਤੇ ਤਨ ਵਿੱਚ ਉਹਨੇ ਆਪਣੀ ਚੇਤਨ ਸੱਤਾ ਪਾਈ ਹੋਈ ਹੈ। ਤਾਂ ਮਾਰੇ ਕਹਿੰਦੇ ਉਹ ਵਿਧਾਤਾ ਗੁਰੂ ਰੂਪ ਹੋ ਰਿਹਾ। ਇਸ ਕਰਕੇ ਭਾਈ ਜੀਵ ਨੂੰ ਚਾਹੀਦਾ ਹੈ ਕਿ ਜਿਸ ਪਰਮੇਸ਼ਰ ਨੇ ਇਸ ਨੂੰ ਮਨ ਤਨ ਦਿੱਤਾ ਹੈ, ਇਹ ਵਿਧਾਤੇ ਸਤਿਗੁਰੂ ਜੀ ਦੇ ਅੱਗੇ ਆਪਣਾ ਮਨ ਤੇ ਤਨ ਭੇਟ ਕਰ ਦਵੇ। ਮਨ ਵੀ ਗੁਰੂ ਸਾਹਿਬ ਜੀ ਨੂੰ ਭੇਟਾ ਕਰੇ ਤੇ ਤਨ ਵੀ ਗੁਰੂ ਸਾਹਿਬ ਜੀ ਨੂੰ ਦੇਣਾ ਕਰੇ, ਫਿਰ ਇਹਦਾ ਇਹ ਜਨਮ ਸਫਲਾ ਹੋਵੇਗਾ। ਮਨ ਗੁਰੂ ਸਾਹਿਬ ਨੂੰ ਕਿਵੇਂ ਦੇਣਾ ਹੈ? ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਲਵੇ, ਗੁਰੂ ਦੀ ਸਿੱਖਿਆ ਲਵੇ। ਮਨ ਗੁਰੂ ਸਾਹਿਬ ਜੀ ਨੂੰ ਭੇਟਾ ਕਰ ਦਵੇ, ਮਨ ਵੇਚ ਦਵੇ ਗੁਰੂ ਸਾਹਿਬ ਜੀ ਨੂੰ। ਮਨ ਵੇਚੈ ਸਤਿਗੁਰ ਕੈ ਪਾਸ, ਇਸ ਸੇਵਕ ਕੇ ਕਾਰਜ ਰਾਸ। ਫਿਰ ਮਹਾਰਾਜ ਕਹਿੰਦੇ ਇਹਦੇ ਜ਼ਿੰਦਗੀ ਦਾ ਕਾਰਜ ਰਾਸ ਹੋ ਜਾਣਗੇ, ਇਹਦਾ ਜੀਵਨ ਸਫਲ ਹੋ ਜਾਵੇਗਾ। ਤੇ ਆਪਣਾ ਤਨ ਗੁਰੂ ਸਾਹਿਬ ਨੂੰ ਕੀ ਦੇਣਾ ਹੈ? ਤਨ ਗੁਰੂ ਕੀ ਸੇਵਾ ਵਿੱਚ ਲਾਵੇ। ਤਨ ਕਿਵੇਂ ਦੇਣਾ ਹੈ, ਕਿਵੇਂ ਭੇਟ ਕਰਨਾ ਹੈ? ਤਨ ਦੇ ਉੱਤੇ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਮਰਿਆਦਾ ਧਾਰਨ ਕਰੇ।
ਗੁਰੂ ਕਲਗੀਧਰ ਪਾਤਸ਼ਾਹੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕੀਤਾ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਜਾਂ ਕਕਾਰਾਂ ਦਾ ਧਾਰਨੀ ਹੋ ਕੇ ਪੰਜਾਂ ਕਕਾਰਾਂ ਦੀ ਰਹਿਣੀ ਵਿੱਚ ਰਵੇ, ਗੁਰੂ ਕੀ ਸੇਵਾ ਦੇ ਵਿੱਚ ਆਪਣੇ ਤਨ ਨੂੰ ਲਾਵੇ। ਇਹ ਤਨ ਦੇਣਾ ਜਿਸ ਵਾਹਿਗੁਰੂ ਪਰਮੇਸ਼ਰ ਨੇ ਸਭ ਕੁਝ ਦਿੱਤਾ ਹੋਇਆ ਹੈ, ਉਹਦੀ ਸੇਵਾ ਦੇ ਵਿੱਚ ਲਾਉਣਾ, ਇਹ ਭੇਟ ਕਰਨਾ ਹੈ। ਉਂਝ ਤਾਂ ਮਨ ਵੀ ਉਹਦਾ ਤੇ ਤਨ ਵੀ ਉਸੇ ਦਾ ਹੀ ਦਿੱਤਾ ਹੋਇਆ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਜਿਸ ਵਾਹਿਗੁਰੂ ਜੀ ਨੇ ਇਹ ਮਨ ਤੇ ਤਨ ਦਿੱਤਾ ਹੋਇਆ ਹੈ, ਉਹੀ ਗੁਰੂ ਰੂਪ ਦੇ ਵਿੱਚ ਕਿਰਪਾ ਕਰ ਰਹੇ ਹਨ। ਤੇ ਸਤਿਗੁਰੂ ਜੀ ਦੇ ਅੱਗੇ ਆਪਣਾ ਮਨ ਤਨ ਭੇਟਾ ਕਰਨਾ ਕਰੇ। ਓ ਵਿਧਾਤਾ ਮਨ ਮੁਖ ਸੋਏ। ਇਸ ਪੰਕਤੀ ਦੇ ਵਿੱਚ ਜੋ ਮਨ ਤੇ ਮੁਖ ਇਹ ਪਾਠ ਆਇਆ ਹੈ, ਮਨ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ, ਮੁਖ ਦੇ ਵੀ ਖੱਖੇ ਨੂੰ ਸਿਹਾਰੀ ਲੱਗੀ ਹੋਈ ਹੈ। ਤਾਂ ਇਹ ਪਾਠ ਮਨ ਵੱਖਰਾ ਕੀਤਾ ਜਾਂਦਾ ਹੈ, ਮੁਖ ਵੱਖਰਾ ਕੀਤਾ ਜਾਂਦਾ ਹੈ। ਜਿੱਥੇ ਨੰਨੇ ਨੂੰ ਸਿਹਾਰੀ ਨਾ ਆਵੇ ਉੱਥੇ ਮਨ ਮੁਖ ਇਕੱਠਾ ਆਉਂਦਾ ਪਾਠ, ਪਰ ਇੱਥੇ ਮਨ ਮੁਖ ਸੋਏ ਵੱਖਰਾ ਵੱਖਰਾ ਹੈ ਪਾਠ। ਉਹ ਵਿਧਾਤਾ, ਉਹ ਜੋ ਅਕਾਲ ਪੁਰਖ ਹੈ ਨਾ ਵਾਹਿਗੁਰੂ ਵਿਧਾਤਾ, ਜੀਵਾਂ ਨੂੰ ਕਰਮਾਂ ਦੇ ਬਰਾਬਰ ਫਲ ਦੇਣ ਵਾਲਾ ਫਲ ਵਰਦਾਤਾ ਹੈ। ਮਨ ਉਹ ਮਨ ਦੇ ਵਿੱਚ ਵੀ ਹੈ, ਮੁਖ ਤੇ ਮੁਖ ਦੇ ਵਿੱਚ ਵੀ ਹੈ ਸੋਏ ਸੋਭਾ ਵਾਲਾ। ਉਹ ਮਨ ਵਿੱਚ ਵੀ ਵਸਿਆ ਹੋਇਆ ਹੈ, ਮੁਖ ਵਿੱਚ ਵੀ ਵਸਿਆ ਹੋਇਆ ਹੈ। ਮਨ ਦੇ ਵਿੱਚ ਵੀ ਉਹ ਹੈ, ਮੁਖ ਵਿੱਚ ਵੀ ਉਹ ਹੈ। ਤੇ ਦੂਜਾ ਭਾਵ ਹੈ ਉਹ ਜੋ ਵਿਧਾਤਾ ਹੈ ਨਾ ਪਰਮੇਸ਼ਰ ਵਾਹਿਗੁਰੂ, ਇਹ ਜੀਵ ਉਸ ਨੂੰ ਮਨ ਕਰਕੇ ਵੀ ਉਸ ਦਾ ਚਿੰਤਨ ਕਰੇ, ਉਸ ਦਾ ਸਿਮਰਨ ਕਰੇ, ਤੇ ਮੁਖ ਕਰਕੇ ਵੀ ਉਸ ਦੀ ਸੋਭਾ ਕਰੇ। ਮੁਖ ਕਰਕੇ ਵੀ ਉਸ ਦਾ ਨਾਮ ਜਪੇ, ਰਸਨਾ ਦੇ ਨਾਲ ਵੀ ਉਸ ਦੀ ਬਾਣੀ ਪੜ੍ਹੇ, ਉਸ ਦਾ ਨਾਮ ਜਪੇ, ਤੇ ਮਨ ਕਰਕੇ ਵੀ ਉਸ ਦੇ ਨਾਲ ਜੁੜੇ, ਅੰਦਰੋਂ ਵੀ ਤੇ ਬਾਹਰੋਂ ਵੀ ਜੁੜੇ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਰਸਨਾ ਤੋਂ ਵੀ ਉਸ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰੇ ਤੇ ਦਿਲੋਂ ਵੀ ਉਹਦੇ ਨਾਲ ਮੁਹੱਬਤ ਕਰੇ। ਜਿਨ੍ਹਾਂ ਨੇ ਅੰਦਰੋਂ ਬਾਹਰੋਂ ਉਸ ਨੂੰ ਸਿਮਰਿਆ ਨਾ, ਫਿਰ ਮਹਾਰਾਜ ਕਹਿੰਦੇ ਆ ਉਹਨਾਂ ਦਾ ਮਨ ਵੀ ਸੱਚਾ ਹੋ ਗਿਆ, ਉਹਨਾਂ ਦਾ ਮੁਖ ਵੀ ਸੱਚਾ ਹੋ ਗਿਆ, ਕਿਉਂਕਿ ਉਹ ਸੱਚੇ ਨਾਲ ਜੁੜ ਗਏ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਇੱਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਪਰ ਇਹ ਲੱਛਣ ਬ੍ਰਹਮ ਗਿਆਨੀ ਦੇ ਆ। ਮਹਾਰਾਜ ਕਹਿੰਦੇ ਮਨ ਕਰਕੇ ਵੀ ਤੇ ਮੁਖ ਕਰਕੇ ਵੀ ਉਸ ਵਾਹਿਗੁਰੂ ਜੀ ਦਾ ਸਿਮਰਨ ਕਰੇ। ਜਗ ਜੀਵਨ ਅਵਦਨ ਕੋਏ। ਉਹ ਪ੍ਰਭੂ ਸਾਰੇ ਜਗ ਨੂੰ ਜੀਵਨ ਦੇਣ ਵਾਲਾ ਹੈ। ਸਵਾਸ ਦੇ ਕੇ ਸਾਰੇ ਜਗ ਨੂੰ ਜੀਵਨ ਦੇ ਰਿਹਾ ਹੈ, ਰੋਜੀ ਰੋਟੀ ਦੇ ਕਰਕੇ ਸਾਰੇ ਜਗ ਨੂੰ ਜੀਵਨ ਦੇ ਰਿਹਾ ਹੈ। ਉਹ ਪ੍ਰਭੂ ਜਗ ਜੀਵਨ ਹੈ, ਸਾਰੇ ਜਗ ਦਾ ਜੀਵਨ ਰੂਪ ਹੈ। ਅਵਰ ਨਾ ਕੋਈ ਉਹਦੇ ਵਰਗਾ ਹੋਰ ਕੋਈ ਨਹੀਂ ਹੈ, ਹੋਰ ਕੋਈ ਜਗ ਨੂੰ ਜੀਵਨ ਦੇਣ ਵਾਲਾ ਨਹੀਂ ਹੈ। ਸਾਰਿਆਂ ਨੂੰ ਜਨਮ ਵੀ ਉਹ ਦਿੰਦਾ ਹੈ, ਸਾਰਿਆਂ ਨੂੰ ਖੁਰਾਕ ਵੀ ਉਹ ਦਿੰਦਾ ਹੈ। ਪਰਵਤਗਾਰ ਪਾਲਣਾ ਵੀ ਸਾਰਿਆਂ ਦੀ ਉਹੀ ਕਰ ਰਿਹਾ ਹੈ। ਇਸ ਕਰਕੇ ਮਹਾਰਾਜ ਨੇ ਸੁਖਮਨੀ ਸਾਹਿਬ ਜੀ ਵੀ ਫਰਮਾਇਆ ਨਾ, ਗਰੀਬ ਨਵਾਜ ਸਾਹਿਬ ਜੀ ਕਹਿੰਦੇ ਮਾਨੁਖ ਕੀ ਟੇਕ ਪ੍ਰਿਥੀ ਸਭ ਜਾਨ, ਦੇਵਨ ਕਾ ਏਕੈ ਭਗਵਾਨ, ਜਿਸ ਕੈ ਦੀਆ ਰਹਿ ਆਧਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਸ। ਮਨੁੱਖ ਦੇ ਹੱਥ ਵਿੱਚ ਕੀ ਹੈ? ਸਭ ਕੁਝ ਵਾਹਿਗੁਰੂ ਦੇ ਹੱਥ ਵਿੱਚ ਹੈ। ਮਾਰਨ ਵਾਲਾ ਵੀ ਉਹ ਹੈ, ਰੱਖਣ ਵਾਲਾ ਵੀ ਉਹ ਹੈ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੂਝ। ਫਿਰ ਮਾਰੇ ਕਹਿੰਦੇ ਜੋ ਮਾਰਨ ਵਾਲਾ, ਰੱਖਣ ਵਾਲਾ, ਸਭ ਕੁਝ ਦੇਣ ਵਾਲਾ ਹੈ, ਤੇ ਉਹਦਾ ਹੁਕਮ ਬੁੱਝ, ਉਹਦੇ ਹੁਕਮ ਨੂੰ ਸਮਝ। ਤਿਸ ਕਾ ਹੁਕਮ ਬੂਝ ਸੁਖ ਹੋਏ, ਫਿਰ ਸੁਖ ਪ੍ਰਾਪਤ ਹੋਏਗਾ। ਤਿਸ ਕਾ ਨਾਮ ਰੱਖ ਕੰਠ ਪਰੋਏ, ਆਪਣੇ ਕੰਠ ਨਾਲ ਪਰੋ ਕੇ ਰੱਖ ਉਸ ਵਾਹਿਗੁਰੂ ਦੇ ਨਾਮ ਨੂੰ। ਭਾਵ ਹਰ ਵੇਲੇ ਰਸਨਾ ਤੋਂ ਨਾਮ ਜਪ, ਹਰ ਵੇਲੇ ਹਿਰਦੇ ਵਿੱਚ ਉਸ ਦਾ ਧਿਆਨ ਕਰ। ਤਿਸ ਕਾ ਨਾਮ ਰੱਖ ਕੰਠ ਪਰੋਏ,
ਸਿਮਰ 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 ਪ੍ਰਭ ਸੋਏ, ਨਾਨਕ ਵਿਘਨ ਨਾ ਲਾਗੇ ਕੋਈ। ਫਿਰ ਕੋਈ ਵਿਘਨ ਨਹੀਂ ਲੱਗੇਗਾ। ਉਹ ਪ੍ਰਭੂ ਜਗ ਨੂੰ ਜੀਵਨ ਦੇਣ ਵਾਲਾ ਹੈ, ਉਹਦੇ ਤੋਂ ਬਿਨਾ ਅਵਰ ਨਾ ਕੋਈ, ਹੋਰ ਕੋਈ ਐਸਾ ਸਮਰੱਥਾ ਵਾਲਾ ਨਹੀਂ ਹੈ ਉਹਦੇ ਵਰਗਾ। ਨਾਨਕ ਨਾਮ ਰਤੇ ਪਤ ਹੋਏ। 9ਵੀਂ ਪੌੜੀ ਦੀ ਸਮਾਪਤੀ ਕਰਦੇ ਆ ਮਹਾਰਾਜ ਕਹਿੰਦੇ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਨਾਮ ਰਤੇ, ਨਾਮ ਜੋ ਨਾਮੀ ਹੈ ਨਾ ਪਰਮੇਸ਼ਰ, ਜਿਸ ਦੇ ਨਾਮ ਦੀ ਏਡੀ ਵੱਡੀ ਬਰਕਤ ਹੈ, ਉਸ ਪ੍ਰਭੂ ਨਾਮੀ ਦੇ ਨਾਮ ਨਾਲ ਜਿਹੜੇ ਰੱਤੇ ਗਏ, ਜਿਨ੍ਹਾਂ ਨੇ ਨਾਮ ਦੇ ਨਾਲ ਰੱਤੇ ਕਹੀਏ ਪ੍ਰੇਮ ਕੀਤਾ, ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਾ, ਨਾਮ ਨਾਲ ਜੋ ਰੰਗੇ ਗਏ ਪਤ ਹੋਏ, ਫਿਰ ਉਹਨਾਂ ਨੂੰ ਉਹ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਤੇ ਫਿਰ ਉਹਨਾਂ ਦੀ ਪਤ ਹੋਏ, ਪਤ ਹੁੰਦੀ ਹੈ, ਫਿਰ ਇੱਜ਼ਤ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਪਤ ਪ੍ਰਾਪਤ ਹੁੰਦੀ ਹੈ, ਪ੍ਰਤਿਸ਼ਠਾ ਪ੍ਰਾਪਤ ਹੁੰਦੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਸੱਚੀ ਪਤ ਮਿਲਦੀ ਫਿਰ, ਸੱਚੀ ਪਤ, ਕਿਉਂਕਿ ਇੱਕ ਝੂਠੀ ਪਤ ਵੀ ਹੁੰਦੀ ਹੈ, ਝੂਠੀ ਵੀ ਬਣਾਵਟੀ ਇੱਜ਼ਤ ਵੀ ਹੁੰਦੀ ਹੈ, ਜਿਵੇਂ ਮਲਕ ਭਾਗੋ ਨੇ ਬਣਾਈ ਹੋਈ ਸੀ। ਜਿਹੜੀ ਸੱਚੀ ਪਤ ਹੈ ਉਹ ਭਾਈ ਲਾਲੋ ਜੀ ਦੇ ਪਾਸ ਸੀ, ਉਂਝ ਭਾਵੇਂ ਗਰੀਬੀ ਦਾਵੇ ਵਿੱਚ ਸੀ, ਕੋਦਰੇ ਦਾ ਪ੍ਰਸ਼ਾਦਾ ਛਕਦਾ ਸੀ, ਬਾਬਾ ਜੀ ਨੂੰ ਵੀ ਛਕਾਇਆ ਸੀ। ਮਹਾਰਾਜ ਸਾਹਿਬ ਜੀ ਮਹੀਨਾ ਭਰ ਰਹੇ ਆ 2 ਵਾਰੀ ਭਾਈ ਲਾਲੋ ਜੀ ਦੇ ਘਰ ਵਿੱਚ। ਪਹਿਲਾਂ ਮਹਾਰਾਜ ਸਾਹਿਬ ਜੀ ਕੁਝ ਦਿਨ ਰਹੇ, ਫਿਰ ਬਾਅਦ ਵਿੱਚ ਇਸ ਤਰ੍ਹਾਂ ਦੋਵਾਂ ਸਮਿਆਂ ਵਿੱਚ ਮਹੀਨਾ ਪੂਰਾ ਮਹਾਰਾਜ ਸਾਹਿਬ ਜੀ ਭਾਈ ਲਾਲੋ ਦੇ ਘਰੇ ਰਹੇ। ਕੋਦਰੇ ਤੇ ਪ੍ਰਸ਼ਾਦੇ ਮਹਾਰਾਜ ਸਾਹਿਬ ਨੂੰ ਛਕਾਏ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨੇ ਵੀ ਛਕੇ ਨਾਲ। ਪੁੱਛਿਆ ਵੀ ਸੀ ਭਾਈ ਮਰਦਾਨਾ ਜੀ ਨੇ, ਮਹਾਰਾਜ ਇਹ ਭਾਈ ਲਾਲੋ ਦੇ ਘਰ ਦਾ ਪ੍ਰਸ਼ਾਦਾ ਬੜਾ ਸਵਾਦ ਲੱਗਦਾ। ਮਹਾਰਾਜ ਕਹਿੰਦੇ 2 ਕਾਰਨ, ਇੱਕ ਤਾਂ ਧਰਮ ਦੀ ਕਿਰਤ ਕਰਦਾ ਹੈ ਤੇ ਦੂਸਰਾ ਨਾਮ ਜਪਦਾ ਹੈ। ਕਿਰਤ ਦੇ ਨਾਲ ਕਰਤੇ ਦੀ ਕੀਰਤੀ ਕਰਦਾ ਤਾਂ ਇਹਦੇ ਘਰ ਦਾ ਪ੍ਰਸ਼ਾਦਾ ਸਵਾਦ ਹੈ। ਮਲਕ ਭਾਗੋ ਇਲਾਕੇ ਦਾ ਧਨਾੜ ਬੰਦਾ ਸੀ, ਮਲਕ ਸੀ, ਉਹਨੇ ਭੰਡਾਰਾ ਕੀਤਾ ਹੋਇਆ ਜਿਹਦਾ ਨਾਂ ਰੱਖਿਆ ਉਹਨੇ ਬ੍ਰਹਮ ਭੋਜ, ਕਿ ਬ੍ਰਹਮ ਪਰਮੇਸ਼ਰ ਦੇ ਨਿਮਿਤ ਭੋਜਨ ਤਿਆਰ ਕੀਤਾ। ਲੋਕਾਂ ਨੂੰ ਸੱਦਦਾ ਸੀ, ਵੱਡੇ ਵੱਡੇ ਅਮੀਰਾਂ ਨੂੰ, ਹਰ ਇੱਕ ਨੂੰ ਸੱਦਦਾ ਸੀ, ਗਰੀਬਾਂ ਅਮੀਰਾਂ, ਪਰ ਉਹ ਸਾਲ ਭਰ ਲੋਕਾਂ ਨੂੰ ਲੁੱਟਦਾ ਰਹਿੰਦਾ ਸੀ। ਸਾਲ ਬਾਅਦ ਇੱਕ ਦਿਨ ਭੰਡਾਰਾ ਕਰ ਦਿੰਦਾ ਸੀ, ਲੋਕਾਂ ਨੂੰ ਖੁਸ਼ ਕਰ ਦਿੰਦਾ ਸੀ। ਮਹਾਰਾਜ ਨੂੰ ਸੱਦਦਾ ਰਿਹਾ, ਗੁਰੂ ਸਾਹਿਬ ਜੀ ਨਹੀਂ ਗਏ ਉੱਧਰ। ਸਿਪਾਹੀਆਂ ਨੂੰ ਭੇਜਿਆ ਵੀ ਜ਼ਬਰਦਸਤੀ ਲੈ ਆਓ। ਜਦੋਂ ਮਹਾਰਾਜ ਨੂੰ ਆਖਿਆ ਵੀ ਸਾਨੂੰ ਮਲਕ ਭਾਗੋ ਨੇ ਆਖਿਆ ਸੀ ਤੁਹਾਨੂੰ ਜ਼ਬਰਦਸਤੀ ਲੈ ਜਾਵਾਂਗੇ, ਫਿਰ ਮਹਾਰਾਜ ਕਹਿੰਦੇ ਵੀ ਚਲੋ। ਭਾਈ ਲਾਲੋ ਨੂੰ ਆਖਿਆ ਆਪਣੇ ਘਰ ਦਾ ਕੋਈ ਸੁੱਕਾ ਟੁੱਕਰ ਲੈ ਕੇ ਆਇਆ, ਲੈ ਕੇ ਗਿਆ ਕੋਦਰੇ ਦਾ ਪ੍ਰਸ਼ਾਦਾ। ਇੱਕ ਹੱਥ ਵਿੱਚ ਉਹ ਫੜ ਕੇ, ਇੱਕ ਵਿੱਚ ਮਲਕ ਭਾਗੋ ਦੀਆਂ ਪੂੜੀਆਂ ਕਚੌਰੀਆਂ ਘਿਓ ਵਿੱਚ ਤਲੀਆਂ ਹੋਈਆਂ ਫੜ ਕੇ ਜਦੋਂ ਦੋਵਾਂ ਨੂੰ ਨਪੀੜਿਆ, ਘੁੱਟਿਆ, ਤੇ ਭਾਈ ਲਾਲੋ ਦੇ ਸੁੱਕੇ ਪ੍ਰਸ਼ਾਦੇ ਵਿੱਚੋਂ ਦੁੱਧ ਦੀ ਧਾਰ ਕੱਢ ਕੇ ਵਗਾ ਦਿੱਤੀ, ਤੇ ਮਲਕ ਭਾਗੋ ਦੇ ਉਹ ਪੂੜੀਆਂ ਕਚੌੜੀਆਂ ਦੇ ਵਿੱਚੋਂ ਖੂਨ ਦੀ ਧਾਰ ਵਗਾ ਦਿੱਤੀ। ਕਹਿਣ ਲੱਗੇ ਬ੍ਰਹਮ ਭੋਜ ਤੇ ਭਾਈ ਲਾਲੋ ਦੇ ਘਰੇ ਰੋਜ਼ ਬਣਦਾ ਹੈ, ਤੇਰਾ ਬ੍ਰਹਮ ਭੋਜ ਨਹੀਂ, ਇਹ ਤਾਂ ਗਰੀਬਾਂ ਦਾ ਖੂਨ ਨਿਚੋੜਿਆ ਹੋਇਆ, ਇਹ ਤਾਂ ਝੂਠੀ ਪੱਤ ਤੂੰ ਆਪਣੀ ਬਣਾਈ ਹੋਈ ਹੈ, ਸੱਚੀ ਪੱਤ ਨਹੀਂ ਹੈ। ਸੱਚੀ ਪੱਤ ਉਸ ਬੰਦੇ ਦੀ ਬਣਦੀ ਹੈ ਜਿਹੜਾ ਧਰਮ ਦੀ ਕਿਰਤ ਕਰਦਾ ਹੈ, ਨਾਮ ਜਪਦਾ ਹੈ, ਨਾ ਕਿਸੇ ਦਾ ਹੱਕ ਖੋਹਦਾ ਹੈ ਤੇ ਨਾ ਆਪਣਾ ਹੱਕ ਕਿਸੇ ਨੂੰ ਖੋਹਣ ਦਿੰਦਾ ਹੈ, ਉਹ ਸੱਚੀ ਪੱਤ ਵਾਲਾ ਹੁੰਦਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਸੱਚੀ ਪੱਤ ਉਸ ਨੂੰ ਪ੍ਰਾਪਤ ਹੁੰਦੀ ਆ, ਨਾਨਕ ਨਾਮ ਰਤੇ ਪੱਤ ਹੋਏ। ਜਿਹੜੇ ਨਾਮ ਵਿੱਚ ਰੰਗੇ ਜਾਂਦੇ ਉਹਨਾਂ ਦੀ ਸੱਚੀ ਪੱਤ ਹੁੰਦੀ ਹੈ। ਫਿਰ ਏਡੀ ਵੱਡੀ ਉਹਨਾਂ ਦੀ ਇੱਜ਼ਤ ਹੁੰਦੀ ਹੈ, ਜਮਦੂਤ ਵੀ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰਾਂ ਕਰਦੇ, ਧਰਮ ਰਾਜਾ ਵੀ ਹੱਥ ਜੋੜ ਕੇ ਨਮਸਕਾਰਾਂ ਕਰਦਾ। ਨਾਨਕ ਧਰਮੇ ਐਸੇ ਚਵਹਿ ਕੀਤੋ ਭਵਨ ਪੁਨੀਤ। ਉਹਦੀ ਤੇ ਫਿਰ ਲੋਕ ਪਰਲੋਕ ਵਿੱਚ ਜੈ ਜੈਕਾਰ ਹੁੰਦੀ ਹੈ। ਰੇ ਰੇ ਦਰਗਹ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਵ। ਉਹਨਾਂ ਨੂੰ ਆਖਿਆ ਇਹ ਨਾਮ ਰੰਗਿਆ ਨੂੰ ਗੁਰਮੁਖ ਜਨਮ ਸਵਾਰ, ਦਰਗਹ ਚੱਲਿਆ ਸੱਚੀ ਦਰਗਹ ਜਾਏ, ਸੱਚਾ ਪੇੜ ਮੱਲਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣ ਅਸੀਸ ਅੜੀਆਂ,
ਜਿਉ ਹੋਵੈ ਸਾਹਿਬ ਸਿਉ ਵੇਲ। ਓ ਵਿਦਾਤਾ ਮਨ ਤਨ ਦੀਏ, ਓ ਵਿਧਾਤਾ ਮਨ ਮੁਖ ਸੋਏ। ਪ੍ਰਭ ਜਗ ਜੀਵਨ ਅਵਰ ਨਾ ਕੋਏ। ਨਾਨਕ ਨਾਮ ਰਤੇ ਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।